ਬੀਤੇ ਦਿਨੀ ਲੁਧਿਆਣੇ ਦੇ ਕੁਝ ਲੋਕਾਂ ਨੇ ਮੁੱਦਾ ਚੱਕਿਆ ਸੀ ਗੁਰੂ ਨਾਨਕ ਸਾਹਿਬ ਬਾਰੇ ਕੋਈ ਬੜੇ ਅਪਸ਼ਬਦ ਬੋਲ ਰਿਹਾ ਸੀ। ਪੰਜਾਬ ਦੇ ਨਾਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਨਹੀਂ ਜਾਣੇ ਜਾਂਦੇ। ਧੰਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਪੰਜਾਬ ਜਾਣਿਆ ਜਾਂਦਾ ਉਹਨਾਂ ਦੇ ਨਾਂ ਤੋਂ। ਇਹ ਉਹਨਾਂ ਦੀ ਧਰਤੀ ਤੇ ਐਸਾ ਕਿਹੜਾ ਹੋ ਸਕਦਾ ਜਿਹੜਾ ਬਾਬਾ ਜੀ ਦੇ ਖਿਲਾਫ ਬੋਲੇ। ਕੁਝ ਲੋਕਾਂ ਦਾ ਕੰਮ ਹੀ ਇਹੀ ਹੈ ਕਿ ਵੀ ਅਸੀਂ ਕੁਝ ਭੜਕਾਊ ਭਾਸ਼ਣ ਕਰਾਂਗੇ ਤਾਂ ਸਾਨੂੰ ਕੋਈ ਬੰਦਾ ਕੁਝ ਦੇਊਗਾ ਕਿ ਵੀ ਅੱਛਾ ਤੁਸੀਂ ਵਧੀਆ ਸਟੈਂਡ ਹੋ ਜਾਓ ਜੀ। ਕੋਈ ਗੱਲ ਮਿਸਾਲ ਫੰਡਿੰਗ ਦੀ, ਹਾਂ ਮਤਲਬ ਕੁਝ ਲੋਕਾਂ ਨੇ ਇਹਨੂੰ ਆਪਣਾ ਰੋਜ਼ੀ ਰੋਟੀ ਦਾ ਮਾਮਲਾ ਬਣਾ ਲਿਆ। ਹੋਰ ਕੀ ਵਜ੍ਹਾ ਹੋ ਸਕਦੀ? ਪਾਰਲੀਮੈਂਟ 'ਚ ਬੈਠੇ ਸਾਰੇ ਐਮਪੀਆਂ ਨੂੰ ਕਹਿੰਦਾ ਵੀ ਕੀ ਕਰਦੇ ਹੋ? ਬਾਹਰਲੇ ਦੇਸ਼ਾਂ 'ਚ ਕਿਉਂ ਨਹੀਂ ਬੇਅਦਬੀ ਹੁੰਦੀ ਜੀ? ਬਾਹਰਲੇ ਦੇਸ਼ਾਂ 'ਚ ਵੀ ਤਾਂ ਸਰਵ ਧਰਮਾਂ ਦੇ ਲੋਕ ਰਹਿੰਦੇ ਆ। ਅਮਰੀਕਾ ਕਿੰਨੀ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ, ਰਹਿ ਨਹੀਂ ਰਹੇ ਲੋਕ। ਇਸਲਾਮੀ ਕੰਟਰੀਆਂ 'ਚ ਕੋਈ ਕਿਉਂ ਨਹੀਂ ਕਿਸੇ ਦੀ ਬੇਅਦਬੀ ਕਰ ਦਿੰਦਾ? ਉਹਨਾਂ ਨੂੰ ਪਤਾ ਕਿ ਸਜ਼ਾ ਜਿਹੜੀ ਹੈ ਔਨ ਦੀ ਸਪੌਟ ਦਿੱਤੀ ਜਾਣੀ ਹੈ। ਅਸੀਂ ਸਜ਼ਾ ਦੇਣ ਦੀ ਬਜਾਏ ਪ੍ਰੋਟੈਕਸ਼ਨ ਦਿੰਨੇ। ਸਨ 1932 ਦੇ ਵਿੱਚ ਜਦ ਹਿੰਦੂ ਪਾਣੀ ਔਰ ਮੁਸਲਮਾਨ ਪਾਣੀ ਦੀ ਗੱਲ ਅੰਗਰੇਜ਼ ਨੇ ਚਲਾਈ ਔਰ ਸਟੇਸ਼ਨਾਂ ਤੇ ਘੜੇ ਰਖਵਾਏ ਔਰ ਫਿਰ ਆਵਾਜ਼ ਲੱਗਦੀ ਸੀ ਵੀ ਜਦੋਂ ਟ੍ਰੇਨ ਆਉਂਦੀ ਸੀ ਹਿੰਦੂ ਪਾਣੀ ਪੀਓ ਮੁਸਲਮਾਨ ਪਾਣੀ ਪੀਓ। ਤੇ ਸਾਡੇ ਪਰਦਾਦੇ ਨੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਐਲਾਨ ਕੀਤਾ ਬਕਾਇਦਾ ਇੱਥੋਂ ਕਿ ਸਾਰੇ ਇਕੱਠੇ ਹੋ ਜਾਓ ਆਪਾਂ ਘੜੇ ਭੰਨਣੇ ਆ। ਤੇ ਉਦੋਂ ਸਰਕਾਰ ਦੇ ਖਿਲਾਫ ਕੌਣ ਬੋਲ ਸਕਦਾ ਸੀ? ਅੱਜ ਤਾਂ ਡੈਮੋਕ੍ਰੇਸੀ ਹੈ ਨਾ ਜੀ, ਹਰ ਬੰਦਾ ਬੋਲਣਾ ਚਾਹ ਰਿਹਾ, ਮੀਡੀਆ ਉਹਦੀ ਆਵਾਜ਼ ਚੱਕ ਵੀ ਰਿਹਾ। ਅੰਗਰੇਜ਼ ਦੇ ਦੌਰ 'ਚ ਡੈਮੋਕ੍ਰੇਸੀ ਨਹੀਂ ਸੀ, ਉਦੋਂ ਹਿਟਲਰ ਹੀ ਰਾਜ ਸੀਗਾ ਦੇਸ਼ ਦੇ ਵਿੱਚ। ਸਿਆਸੀ ਫਾਇਦਿਆਂ ਦੇ ਲਈ ਔਰ ਅਗਰ ਤੁਸੀਂ ਆਪਣੀ ਕਿਸੇ ਧਾਰਮਿਕ ਫਾਇਦੇ ਦੇ ਲਈ ਸਿਰਫ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਹੋ ਜਿਹੜੇ ਜ਼ੁਲਮ ਕਰਦੇ ਪਏ, ਸਿਰਫ ਉਹਨਾਂ ਦਾ ਸਾਥ ਦੇਣਾ ਚਾਹੁੰਦੇ ਹੋ ਜਿਹੜੇ ਧੱਕਾ ਕਰਕੇ ਦੂਸਰਿਆਂ ਨੂੰ ਦਬਾਉਣਾ ਚਾਹੁੰਦੇ ਨੇ, ਤੇ ਇਹਦਾ ਮਤਲਬ ਹਜੇ ਵੀ ਤੁਸੀਂ ਦਿਮਾਗੀ ਤੌਰ ਤੇ ਕਿਸੇ ਨਾ ਕਿਸੇ ਤਾਕਤ ਦੇ ਗੁਲਾਮ ਹੋ। ਆਜ਼ਾਦ ਬੰਦਾ ਉਹ ਹੁੰਦਾ ਹੈ ਜਿਹੜਾ ਹੱਕ ਔਰ ਇਨਸਾਫ ਦੇ ਲਈ, ਸੱਚਾਈ ਦੇ ਲਈ ਕਿਸੇ ਤਾਕਤ ਤੋਂ ਬਿਨਾਂ ਡਰੇ ਹੋਏ ਖੁਦਾ ਦੇ ਨਾਮ ਦੇ ਉੱਤੇ ਅੱਛੀ ਗੱਲ ਜਿਹੜੀ ਉਹ ਲੋਕਾਂ ਤੱਕ ਪਹੁੰਚਾਈ ਸੀ। ਕਿਸਾਨੀ ਅੰਦੋਲਨ ਜਦੋਂ ਚੱਲਿਆ, ਸ਼ਾਹ ਇਮਾਮ ਸਾਹਿਬ ਨੇ ਸਾਡੀ ਡਿਊਟੀ ਲਾਈ ਉਦੋਂ ਦਿਨਾਂ 'ਚੋਂ ਬਿਮਾਰ ਸੀ, ਪਰ ਮੈਂ ਇਹ ਇੱਦਾਂ ਸਮਝੋ ਜਿੱਦਾਂ ਆਪਣੇ ਧਰਮ ਦਾ ਕੰਮ ਹੈ। ਔਰ ਫਿਰ ਪੂਰੀ ਤਾਕਤ ਦੇ ਨਾਲ ਤੁਹਾਨੂੰ ਪਤਾ ਸੀ ਕਿੰਨੀ ਵਾਰੀ ਸੰਘੂ ਬਾਰਡਰ ਗਏ, ਉੱਥੇ ਲਗਾਤਾਰ ਲੰਗਰ ਵੀ ਲਾ ਕੇ ਰੱਖੇ ਗਏ ਔਰ ਲੁਧਿਆਣੇ ਵੀ ਕਈ ਲੱਖ ਲੋਕਾਂ ਦਾ ਅਸੀਂ ਐਜੀਟੇਸ਼ਨ ਜਿਹੜਾ ਸਭ ਤੋਂ ਬੜਾ ਕਿਸਾਨੀ ਅੰਦੋਲਨ ਦੇ ਹੱਕ 'ਚ ਜਿਹੜਾ ਐਜੀਟੇਸ਼ਨ ਹੈ ਉਹ 2 ਲੱਖ ਮੁਸਲਮਾਨਾਂ ਦਾ ਇੱਥੇ ਰਾਤ ਨੂੰ ਕੈਂਡਲ ਮਾਰਚ ਜਿਹੜਾ ਉਹ ਕੀਤਾ ਗਿਆ ਤਾਂ ਕਿ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚੇ। ਕਿ ਅੱਜ ਵੀ ਹੁਣ ਮੁੱਖ ਮੰਤਰੀ ਸਾਹਿਬ ਨਾਲ ਵੀ ਜਿਹੜਾ ਮੈਂ ਮਿਲਿਆ, ਸਾਡੀਆਂ ਜਿਹੜੀਆਂ ਜ਼ਰੂਰਤਾਂ ਮੁਸਲਮਾਨਾਂ ਦੀ ਉਹ ਬਿਲਕੁਲ ਛੋਟੀਆਂ ਉਹਨਾਂ ਦੀਆਂ ਗੱਲਾਂ ਹੈ। ਕਿਤੇ ਕਬਰਸਤਾਨ ਦੀ 4 ਦੀਵਾਰੀ ਨਹੀਂ ਹੈ, ਕਿਤੇ ਕਬਰਸਤਾਨ ਨਹੀਂ ਹੈ, ਕਿਤੇ ਮਸਜਿਦ ਬੰਦ ਹੈ, ਕਿਤੇ ਮਸਜਿਦ ਖੁੱਲ੍ਹਣੀ ਹੈ। 2% ਮੁਸਲਮਾਨ ਹੈ, ਉਹਨਾਂ 'ਚ ਜਿਹੜੀਆਂ ਜਾਇਜ਼ ਉਹਨਾਂ ਦੀਆਂ ਨੌਕਰੀਆਂ ਬਣਦੀਆਂ ਉਹਦੇ ਲਈ ਬਹੁਤ ਸਾਰੇ ਨੌਜਵਾਨ ਰੁਕੇ ਹੋਏ ਨੇ। ਮੁਹੰਮਦ ਸਿੱਦੀਕ ਸਾਹਿਬ ਨੇ ਲਿਖ ਕੇ ਦੇ ਦਿੱਤਾ ਹਾਈ ਕੋਰਟ 'ਚ ਕਿ ਮੈਂ ਮੁਸਲਮਾਨ ਨਹੀਂ ਹੈਗਾ, ਮੇਰਾ ਆਨੰਦ ਕਾਰਜ ਹੋਇਆ ਹੈ, ਮੈਂ ਸਾਰੇ ਸਿੱਖ ਰੀਤ ਦੀ ਵਜ੍ਹਾ ਉਹ ਤਾਂ ਨਹੀਂ ਰੱਦ ਹੋਈ। ਇਸ ਸਰਕਾਰ ਦੇ ਇਸ ਕਾਨੂੰਨ ਦੀ ਵਜ੍ਹਾ ਨਾਲ ਸਾਡੇ ਹਜ਼ਾਰਾਂ ਬੱਚੇ ਦਾਖਲੇ ਲੈਣ ਤੋਂ ਰਹਿ ਗਏ ਕਾਲਜ 'ਚ। ਹਜ਼ਾਰਾਂ ਬੱਚੇ ਜਿਨ੍ਹਾਂ ਨੂੰ ਜਾਇਜ਼ ਨੌਕਰੀਆਂ ਮਿਲ ਸਕਦੀਆਂ ਸੀ ਉਹ ਰਹਿ ਗਏ। ਉਹ ਜਿਹੜਾ ਫੰਦਾ ਹਜੇ ਵੀ ਸਾਡੇ ਗਲੇ ਦੇ ਵਿੱਚ ਲਟਕਿਆ ਹੋਇਆ। ਕਿਸੇ ਵੀ ਤਹਿਸੀਲਦਾਰ ਕੋ ਐਂਡ 'ਚ ਚਲੇ ਜਾਓ, ਉਹ ਕਹੂਗਾ ਕਿਉਂ ਅੱਛਾ ਅਗਰ ਤੁਸੀਂ ਨਾਈ ਹੋ ਔਰ ਅਗਰ ਮਿਸਾਲ ਦੇ ਤੌਰ 'ਤੇ ਤੁਸੀਂ ਜੁਲਾਏ ਹੋ ਔਰ ਜਾਂ ਤੁਸੀਂ ਕਿਸੇ ਹੋਰ ਬਰਾਦਰੀ ਦੇ ਹੋ, ਅਸੀਂ ਇਹਨਾਂ ਨੂੰ ਕਿਹਾ ਵੀ ਨਾਈਆਂ ਦੀ ਜਗ੍ਹਾ ਉੱਚ ਸਲਮਾਨੀ ਲਫ਼ਜ਼ ਐਡ ਕਰ ਦਿਓ। ਉਹ ਤਾਂ ਕੋਈ ਬੁਰੀ ਗੱਲ ਨਹੀਂ, ਜਦ ਤੁਹਾਡੇ ਮੁਸਲਮਾਨ ਕਹਿ ਰਹੇ ਵੀ ਕਰ ਦਿਓ। ਇਹਦੇ ਇਲਾਵਾ ਜਿਹੜੀ ਅਦਰ ਬੈਕਵਰਡ ਕਲਾਸਿਸ 'ਚ ਬਰਾਦਰੀਆਂ ਆਉਂਦੀਆਂ ਮੁਸਲਮਾਨਾਂ ਦੀਆਂ ਔਰ ਜਿਹੜੇ ਸਾਡੇ ਬੱਚੇ ਫਾਇਦਾ ਚੱਕ ਸਕਦੇ ਸੀਗੇ ਉਹ ਵੀ ਪਿਛਲੀ ਸਰਕਾਰ ਨੇ ਸਾਨੂੰ ਉਹਦੇ ਤੋਂ ਵਾਂਝਾ ਕਰ ਦਿੱਤਾ। ਇੱਦਾਂ ਦੇ ਮਸਲੇ ਜਿਹੜੇ ਅਸੀਂ ਚੰਨੀ ਸਾਹਿਬ ਦੇ ਸਾਹਮਣੇ। ਤੁਸੀਂ ਅਗਰ ਭਾਰਤ ਦੀ ਜੰਗ ਆਜ਼ਾਦੀ ਦਾ ਇਤਿਹਾਸ ਚੱਕੋਗੇ, ਬਹੁਤ ਸਾਰੇ ਲੋਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਆਪਣੀ ਮਾਤਰ ਭੂਮੀ ਦੇ ਲਈ ਕੁਰਬਾਨੀ ਦੇਣਾ ਚਾਹ ਰਹੇ ਸੀ, ਲੇਕਿਨ ਉਹ ਆਪਣੇ ਧਰਮ ਦੇ ਸਟੇਜ ਤੋਂ ਲੱਗੇ ਹੋਏ ਸੀ। ਇਹ ਜਾਮਾ ਮਸਜਿਦ ਜਿਹੜੀ ਹੈ ਉਹਨਾਂ ਲੋਕਾਂ ਦੀ ਗਵਾਹ ਹੈ, ਇਤਿਹਾਸ ਦੇ ਉਹਨਾਂ ਖੂਬਸੂਰਤ ਪਲਾਂ ਦੀ ਗਵਾਹ ਹੈ ਕਿ ਜਦ ਅੰਗਰੇਜ਼ ਨੇ ਪਾਲਣ ਦੀ ਰਾਜਨੀਤੀ ਦੀ ਇਬਤਦਾ ਕੀਤੀ ਤੇ ਇੱਥੋਂ ਜੋੜਨ ਦੀ ਰਾਜਨੀਤੀ ਜਿਹੜੀ ਹੈ, ਜੋੜਨ ਦਾ ਜਿਹੜਾ ਸੰਦੇਸ਼ ਹੈ ਉਹ ਸ਼ੁਰੂ ਕੀਤਾ ਕਿ ਬੰਦੇ ਨੂੰ ਸਭ ਤੋਂ ਜ਼ਿਆਦਾ ਰੋਟੀ ਕੱਪੜੇ ਮਕਾਨ ਦੀ ਲੋੜ ਨਹੀਂ। ਹਰ ਇੱਕ ਬੰਦੇ ਦੀ ਸਭ ਤੋਂ ਪਹਿਲੀ ਲੋੜ ਜਿਹੜੀ ਹੈ ਉਹਦਾ ਆਤਮ ਸਨਮਾਨ, ਉਹਦੀ ਸੈਲਫ ਰਿਸਪੈਕਟ। ਅਗਰ ਕਦੀ ਪਾਕਿਸਤਾਨ ਵੱਲੋਂ ਕੋਈ ਅੱਤਵਾਦੀ ਗਤੀਵਿਧੀ ਹੋਈ ਹੈ ਤੇ ਠੋਕ ਕੇ ਉਹਨਾਂ ਨੇ, ਔਰ ਬੜੀ ਲੋਕ ਹੈਰਾਨ ਹੁੰਦੇ ਸੀ ਬਾਹਰਲੇ ਮੁਲਕਾਂ 'ਚ ਕਿ ਵੀ ਐਡਾ ਵੱਡਾ ਸ਼ਾਹੀ ਇਮਾਮ ਜਿਹੜਾ ਇੱਕ ਮੁਸਲਮਾਨ ਦੇਸ਼ ਦੇ ਵਿਰੁੱਧ ਬੜੇ ਖੁੱਲ੍ਹ ਕੇ ਸਟੇਟ ਫਾਰਵਰਡ ਬਿਆਨ ਦੇ ਰਿਹਾ। ਔਰ ਇਹੀ ਨਹੀਂ, ਸਾਡੇ ਦੇਸ਼ 'ਚ ਵੀ ਜਿਹੜੀਆਂ ਫਿਰਕੂ ਤਾਕਤਾਂ ਨੇ ਜਾਂ ਜਿਹੜੇ ਫਿਰਕੂ ਸੰਗਠਨ ਨੇ ਜਿਹੜੇ ਮੁਸਲਮਾਨਾਂ ਦੇ ਖਿਲਾਫ, ਦਲਿਤਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਬਾਰ-ਬਾਰ ਬੋਲਦੇ, ਜਿਨ੍ਹਾਂ ਦੀ ਖੈਰ ਰੋਜੀ ਰੋਟੀ ਇਹਦੇ ਨਾਲ ਚੱਲਦੀ ਹੈ। ਤੁਸੀਂ ਇਤਿਹਾਸ ਚੱਕੋਗੇ
ਅਗਸਤ 1947 ਦੇ ਮਹੀਨੇ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੁਬਾਰਾ ਲੁਧਿਆਣੇ ਆਏ, ਮੌਲਾਨਾ ਹਬੀਬ ਰਹਿਮਾਨ ਲੁਧਿਆਣਵੀ ਨਾਲ ਮਿਲਿਆ। ਫਿਰ ਇੱਥੋਂ ਦੁਬਾਰਾ ਜਲੰਧਰ ਗਏ, ਜਲੰਧਰ ਤੋਂ ਅੰਮ੍ਰਿਤਸਰ ਗਏ। ਜਦੋਂ ਅਜੇ ਵੰਡ ਹੋਣੀ ਸੀ ਔਰ ਇਹ ਦਿਨ ਚੱਲਦੇ ਪਏ ਸੀ, ਤੇ ਮੌਲਾਨਾ ਹਬੀਬ ਰਹਿਮਾਨ ਲੁਧਿਆਣਵੀ ਦਾ ਕਹਿਣਾ ਸੀਗਾ ਕਿ ਨਹੀਂ, ਅਸੀਂ ਦੇਸ਼ ਨੂੰ ਨਾ ਵੰਡੀਏ। ਖੈਰ ਉਸ ਵੇਲੇ ਜੋ ਅੰਗਰੇਜ਼ ਦੀਆਂ ਚਾਲਾਂ ਸੀ ਕਾਮਯਾਬ ਹੋਈਆਂ, ਲੇਕਿਨ ਲੁਧਿਆਣਾ ਜਾਮਾ ਮਸਜਿਦ ਨੇ ਉਦੋਂ ਵੀ ਇਹ ਸਟੈਂਡ ਲਿਆ ਕਿ ਜਦ ਅਸੀਂ ਇੱਕ ਅਲੱਗ ਦੇਸ਼ ਦੀ ਵਿਰੋਧਤਾ ਕੀਤੀ ਤੇ ਅਸੀਂ ਨਹੀਂ ਗਏ, ਔਰ ਅਸੀਂ ਨਹੀਂ ਗਏ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਅੱਜ ਅਸੀਂ ਲੁਧਿਆਣੇ ਦੀ ਮਸ਼ਹੂਰ ਜਾਮਾ ਮਸਜਿਦ ਪਹੁੰਚੇ ਹਾਂ। ਹਮੇਸ਼ਾ ਅਸੀਂ ਜਦੋਂ ਵੀ ਇੱਥੇ ਪਹੁੰਚਦੇ ਹਾਂ ਹਮੇਸ਼ਾ ਕਹਿੰਦੇ ਹਾਂ ਇਤਿਹਾਸਿਕ ਜਾਮਾ ਮਸਜਿਦ, ਤੇ ਅੱਜ ਪਤਾ ਕਰਾਂਗੇ ਅਸਲ 'ਚ ਜਾਮਾ ਮਸਜਿਦ ਦਾ ਇਤਿਹਾਸ ਕੀ ਹੈ, ਕਿਉਂਕਿ ਲੁਧਿਆਣੇ ਦੇ ਵਸਨੀਕਾਂ ਨੂੰ ਜਾਮਾ ਮਸਜਿਦ ਦਾ ਪਤਾ ਹੈ, ਪਰ ਕਈ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਜਾਮਾ ਮਸਜਿਦ ਦੇ ਇਤਿਹਾਸ ਬਾਰੇ ਨਹੀਂ ਪਤਾ। ਤੇ ਬੀਤੇ ਮਹੀਨੇ ਤੁਹਾਨੂੰ ਪਤਾ ਹੀ ਹੈ ਵੀ ਬੜੇ ਇਮਾਮ ਸਾਹਿਬ ਜੋ ਅਕਾਲ ਚਲਾਣਾ ਕਰ ਗਏ ਸਨ, ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਉਸ ਤੋਂ ਬਾਅਦ ਜੋ ਸ਼ਾਹੀ ਇਮਾਮ ਦੀ ਉਪਾਧੀ ਜੋ ਮਿਲੀ ਸੀ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨੂੰ ਮਿਲੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ। ਮੈਂ ਸ਼ੁਰੂਆਤ 'ਚ ਹੀ ਕਿਹਾ ਇਤਿਹਾਸਿਕ ਜਾਮਾ ਮਸਜਿਦ, ਤੁਹਾਡੇ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਤੁਸੀਂ ਵੀ ਕਹਿੰਦੇ ਹੋ ਇਤਿਹਾਸਿਕ ਜਾਮਾ ਮਸਜਿਦ। ਅਸਲ 'ਚ ਇਤਿਹਾਸ ਕੀ ਆ, ਅੱਜ ਲੋਕਾਂ ਨੂੰ ਦੱਸੋ। ਅੱਜ ਲੁਧਿਆਣੇ ਦੇ ਹਰ ਵਸਨੀਕ ਨੂੰ, ਕਿ ਪੰਜਾਬ ਦੇ ਹਰ ਵਸਨੀਕ ਨੂੰ ਪਤਾ ਲੱਗੇ ਵੀ ਇਤਿਹਾਸ ਕੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਲੁਧਿਆਣਾ ਜਿਹੜਾ ਕਿ ਭਾਰਤ ਦੇ ਵਿੱਚ ਔਰ ਅੱਜ ਵਿਸ਼ਵ ਭਰ ਦੇ ਵਿੱਚ ਆਪਣੇ ਉਦਯੋਗ ਦੀ ਵਜ੍ਹਾ ਨਾਲ ਪਛਾਣਿਆ ਜਾਂਦਾ, ਅਤੇ ਲੁਧਿਆਣੇ ਦਾ ਜਿਹੜਾ ਇਤਿਹਾਸ ਹੈ ਉਹ ਵੀ ਬਹੁਤ ਹੀ ਅਮੀਰ ਵਿਰਸੇ ਵਾਲਾ ਇਤਿਹਾਸ ਰਿਹਾ ਹੈ। ਲੁਧਿਆਣੇ ਦੀ ਹੋਂਦ ਜਦੋਂ ਹੋਈ ਅਤੇ ਸਭ ਤੋਂ ਪਹਿਲਾਂ ਇੱਥੇ ਲੋਧੀ ਕਿਲ੍ਹਾ ਜਿਹੜਾ ਹੈ ਤਾਮੀਰ ਕੀਤਾ ਗਿਆ। ਇਹਨਾਂ ਅਰਸਿਆਂ ਦੇ ਵਿੱਚ ਜਿਸ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ, ਜਿਹੜਾ ਕਿ ਫਿਲੌਰ ਸਤਲੁਜ ਦੇ ਦਰਿਆ ਤੋਂ ਲੈ ਕੇ ਅਫਗਾਨਿਸਤਾਨ ਦੇ ਕੰਢੇ ਤੱਕ ਸੀਗਾ, ਉਸੇ ਦੌਰਾਨ ਇੱਥੇ ਇੱਕ ਬਹੁਤ ਵੱਡੇ ਵਲੀ, ਬਹੁਤ ਵੱਡੇ ਬਜ਼ੁਰਗ ਗੁਜ਼ਰੇ ਨੇ। ਉਹਨਾਂ ਦਾ ਨਾਮ ਹੈ ਮੌਲਾਨਾ ਸ਼ਾਹ ਅਬਦੁਲ ਕਾਦਰ ਲੁਧਿਆਣਵੀ, ਜਿਹੜੇ ਕਿ ਬਲੀਆਵਾਲ ਪਿੰਡ ਦੇ ਵਿੱਚ ਜਿਹੜੇ ਹੈ ਪੈਦਾ ਹੋਏ, ਔਰ ਉਸ ਤੋਂ ਬਾਅਦ ਉੱਚ ਸਿੱਖਿਆ ਦੇ ਲਈ ਉਹ ਦਿੱਲੀ ਉਸ ਵੇਲੇ ਸ਼ਾਹ ਵਲੀਉੱਲਾ ਮੁਹੱਦਿਸ ਦੇਹਲਵੀ, ਜਿਹੜੇ ਕਿ ਭਾਰਤੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਉਸਤਾਦ ਮੰਨੇ ਜਾਂਦੇ ਨੇ, ਉਹਨਾਂ ਕੋਲੋਂ ਉਹਨਾਂ ਨੇ ਤਾਲੀਮ ਹਾਸਿਲ ਕੀਤੀ। ਅਤੇ ਉਹਦੇ ਬਾਅਦ ਲੁਧਿਆਣੇ ਵਿੱਚ ਆ ਕੇ ਉਹਨਾਂ ਨੇ ਇੱਥੇ ਆਪਣੀ ਕਰਮ ਭੂਮੀ ਜਿਹੜਾ ਇਹਨੂੰ ਸ਼ੁਰੂ ਕੀਤਾ। ਲੁਧਿਆਣਾ ਦੀ ਜਿਹੜੀ ਇਤਿਹਾਸਕ ਜਾਮਾ ਮਸਜਿਦ ਹੈ, ਇਹ ਉਹਨਾਂ ਦੇ ਹੀ ਵੰਸ਼ ਵਿੱਚੋਂ, ਉਹਨਾਂ ਦੇ ਵੱਲੋਂ ਹੀ ਸ਼ੁਰੂ ਕੀਤੀ ਗਈ ਇੱਕ ਮਹਾਨ ਮਸਜਿਦ ਹੈ, ਜਿਹਨੇ ਕਿ ਐਸੇ ਦੌਰ ਦੇ ਵਿੱਚ ਇਹਦੀ ਸਥਾਪਨਾ ਹੋਈ ਕਿ ਜਦੋਂ ਦੇਸ਼ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਪੂਰੀ ਤਰ੍ਹਾਂ ਹੋ ਚੁੱਕਾ ਸੀਗਾ। ਔਰ ਉਹੀ ਦੌਰ ਹੈ ਕਿ ਜਦ ਅੰਗਰੇਜ਼ ਨੇ ਫੁੱਟ ਪਾਓ ਰਾਜ ਕਰਨ ਦੀ ਨੀਤੀ ਜਿਹੜੀ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਈ, ਔਰ ਫਿਰ ਉਹ ਐਸਾ ਸਮਾਂ ਸੀਗਾ ਕਿ ਲੋਕ ਛੂਆਛੂਤ ਵੀ ਬਹੁਤ ਜ਼ਿਆਦਾ ਕਰਦੇ ਸੀ, ਔਰ ਆਪਸੀ ਤੌਰ 'ਤੇ ਧਾਰਮਿਕ ਭੇਦਭਾਵ ਜਿਹੜੇ ਨੇ ਉਹ ਉਸ ਸਮੇਂ ਬਹੁਤ ਹੀ ਜ਼ਿਆਦਾ ਚੱਲ ਰਹੇ ਸੀ, ਔਰ ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਵੀ ਬਹੁਤ ਚੱਕਿਆ। ਭਾਰਤ ਦੀ ਜੰਗ ਆਜ਼ਾਦੀ ਦਾ ਮਹਾਨਾਇਕ ਜਿਹੜਾ ਹੈ, ਜਿਹਦੀ ਯਾਦ ਇਹ ਮਸਜਿਦ ਬਾਰ-ਬਾਰ ਦੁਹਰਾਉਂਦੀ, ਉਹਨਾਂ ਦਾ ਨਾਮ ਹੈ ਰਈਸੁਲ ਅਹਿਰਾਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ। ਇਹ ਉਹ ਸ਼ਖਸੀਅਤ ਹੈ ਜਿਹਨੇ ਪੂਰੇ ਦੇਸ਼ ਦੇ ਵਿੱਚ ਜੰਗ ਆਜ਼ਾਦੀ ਦੇ ਲਈ ਮੋਢੀ ਹੋ ਕੇ ਆਪਣਾ ਕੰਮ ਸ਼ੁਰੂ ਕੀਤਾ, ਔਰ ਇੱਕ ਨਵਾਂ ਸੰਦੇਸ਼ ਪੂਰੇ ਭਾਰਤ ਦੇ ਲੋਕਾਂ ਨੂੰ ਉਦੋਂ ਦੇਣਾ ਸ਼ੁਰੂ ਕੀਤਾ ਕਿ ਕਿਉਂ ਨਾ ਅਸੀਂ ਸਰਵ ਧਰਮਾਂ ਦੇ ਲੋਕ ਆਪਸ 'ਚ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜੀਏ। ਇਹ ਇੱਕ ਐਸੀ ਗੱਲ ਸੀ ਉਸ ਸਮੇਂ, ਅਲੱਗ-ਅਲੱਗ ਤੁਸੀਂ ਅਗਰ ਭਾਰਤ ਦੀ ਜੰਗ ਆਜ਼ਾਦੀ ਦਾ ਇਤਿਹਾਸ ਚੱਕੋਗੇ, ਬਹੁਤ ਸਾਰੇ ਲੋਕ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਆਪਣੀ ਮਾਤਰ ਭੂਮੀ ਦੇ ਲਈ ਕੁਰਬਾਨੀ ਦੇਣਾ ਚਾਹ ਰਹੇ ਸੀ, ਲੇਕਿਨ ਉਹ ਆਪਣੇ ਆਪਣੇ ਧਰਮ ਦੇ ਸਟੇਜ ਤੋਂ ਲੱਗੇ ਹੋਏ ਸੀ। ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਉਹ ਪਹਿਲੀ ਸ਼ਖਸੀਅਤ ਹੈ ਜਿਹਨੇ ਇਸ ਗੱਲ ਦੇ ਨੂੰ ਮਹਿਸੂਸ ਕੀਤਾ ਕਿ ਸਰਵ ਧਰਮਾਂ ਦੇ ਲੋਕ ਜਾਤੀ ਅਸੀਂ ਮਿਲ ਕੇ ਆਪਸ ਦੇ ਵਿੱਚ ਇਕੱਠੇ ਹੋ ਕੇ ਮੁਲਕ ਦੀ ਜੰਗ ਆਜ਼ਾਦੀ ਦੇ ਲਈ ਅੰਗਰੇਜ਼ ਦੇ ਖਿਲਾਫ ਨਹੀਂ ਲੜਾਂਗੇ, ਉਸ ਵਕਤ ਤੱਕ ਮੁਲਕ ਜਿਹੜਾ ਹੈ ਉਹ ਆਜ਼ਾਦ ਨਹੀਂ ਹੋ ਸਕਦਾ। ਔਰ ਉਹ ਉਹੀ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਹੈ ਜਿਹਨੂੰ ਬੁਲਾ ਕੇ ਬਹੁਤ ਦਫਾ ਮਹਾਤਮਾ ਗਾਂਧੀ ਜੀ ਸਲਾਹ ਕਰਦੇ ਰਹੇ, ਜਿਨ੍ਹਾਂ ਦੇ ਘਰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮਧਾਰੀ, ਔਰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਹੋਣ, ਜਾਂ ਉਸ ਵੇਲੇ ਦੇ ਬੜੇ ਜਿੰਨੇ ਵੀ ਜੰਗ ਆਜ਼ਾਦੀ ਦੇ ਮਹਾਨਾਇਕ ਗੁਜ਼ਰੇ ਨੇ, ਉਹਨਾਂ ਸਾਰਿਆਂ ਨੂੰ ਨਾਲ ਵੀ ਲਿੱਤਾ ਅਤੇ ਇੱਕ ਸੰਦੇਸ਼ ਦੇਣਾ ਸ਼ੁਰੂ ਕੀਤਾ ਕਿ ਅਸੀਂ ਸਰਵ ਧਰਮਾਂ ਦੇ ਲੋਕ ਅੰਗਰੇਜ਼ ਦੇ ਖਿਲਾਫ ਹੈ। ਇਹ ਜਾਮਾ ਮਸਜਿਦ ਜਿਹੜੀ ਹੈ ਉਹਨਾਂ ਲੋਕਾਂ ਦੀ ਗਵਾਹ ਹੈ, ਇਤਿਹਾਸ ਦੇ ਉਹਨਾਂ ਖੂਬਸੂਰਤ ਪਲਾਂ ਦੀ ਗਵਾਹ ਹੈ ਕਿ ਜਦ ਅੰਗਰੇਜ਼ ਨੇ ਪਾਲਣ ਦੀ ਰਾਜਨੀਤੀ ਦੀ ਇਬਤਦਾ ਕੀਤੀ ਅਤੇ ਇੱਥੋਂ ਜੋੜਨ ਦੀ ਰਾਜਨੀਤੀ ਜਿਹੜੀ ਹੈ, ਜੋੜਨ ਦਾ ਜਿਹੜਾ ਸੰਦੇਸ਼ ਹੈ ਉਹ ਸ਼ੁਰੂ ਕੀਤਾ ਗਿਆ ਜੀ।
ਪਿਛਲੇ ਮਹੀਨੇ ਬੜੇ ਇਮਾਮ ਸਾਹਿਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਅਕਾਲ ਚਲਾਣਾ ਕਰ ਗਏ ਸਨ। ਉਹ ਟਾਈਮ ਕਾਫੀ, ਜੇ ਗੱਲ ਕਰੀਏ ਪੂਰੇ ਲੁਧਿਆਣੇ ਲਈ ਕਾਫੀ ਇਮੋਸ਼ਨਲ ਟਾਈਮ ਸੀਗਾ। ਲੁਧਿਆਣੇ ਦੇ ਜੇ ਗੱਲ ਕਰਦੇ ਹਾਂ ਤਾਂ ਹਰ ਵਿਅਕਤੀ ਇੱਥੇ ਪਹੁੰਚਿਆ ਸੀ, ਲੁਧਿਆਣੇ ਵੀ ਪਹੁੰਚਿਆ, ਤੁਹਾਡੇ ਕੋਲ ਵੱਡੇ ਵੱਡੇ ਲੀਡਰ ਵੀ ਪਹੁੰਚੇ ਆ। ਹੁਣ ਤੁਸੀਂ ਇਮਾਮ ਬਣੇ ਹੋ, ਉਹਨਾਂ ਦੇ ਵੇਲੇ ਤਾਂ ਅਸੀਂ ਕਾਫੀ ਕਹਿ ਸਕਦੇ ਹਾਂ ਵੀ ਮੁਸਲਮਾਨਾਂ ਲਈ ਨਹੀਂ, ਸਿੱਖਾਂ ਲਈ ਵੀ, ਹਿੰਦੂਆਂ ਲਈ ਵੀ, ਜਿੱਥੇ ਵੀ ਕੋਈ ਧੱਕਾ ਹੁੰਦਾ ਸੀ ਉਹਨਾਂ ਨੂੰ ਖੜਦੇ ਅਸੀਂ ਦੇਖਿਆ, ਉਹਨਾਂ ਦੀਆਂ ਗੱਲਾਂ ਸੁਣੀਆਂ ਨੇ। ਹੁਣ ਤੁਸੀਂ ਇਮਾਮ ਬਣੇ ਹੋ, ਹੁਣ ਅੱਗੋਂ ਕੀ ਪਲੈਨਿੰਗ ਹੈ, ਕੀ ਪ੍ਰੋਸੈਸ ਹੈ, ਇਹ ਦੱਸੋ। ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲਸਾਨੀ ਲੁਧਿਆਣਵੀ ਸਾਹਿਬ, ਜਿਹੜੇ ਕਿ ਪਿਛਲੀ 10 ਤਰੀਕ ਨੂੰ ਇਸ ਦੁਨੀਆ ਤੋਂ ਪਰਦਾ ਫਰਮਾ ਗਏ, ਮੇਰੇ ਵਾਲਿਦ ਮੁਹਤਰਮ, ਉਹਨਾਂ ਦੀਆਂ ਜਿਹੜੀਆਂ ਮੁਹੱਬਤਾਂ ਲੋਕਾਂ ਦੇ ਨਾਲ ਕਾਇਮ ਸੀਗੀਆਂ। ਸਾਨੂੰ ਅਕਸਰ ਕਈ ਵਾਰੀ ਕਹਿੰਦੇ ਹੁੰਦੇ ਸੀਗੇ ਕਿ ਜਿੱਦਣ ਮੈਂ ਦੁਨੀਆ ਛੱਡ ਕੇ ਜਾਵਾਂਗਾ ਤੇ ਤਾਂ ਫਿਰ ਅੰਦਾਜ਼ਾ ਹੋਏਗਾ ਤੁਹਾਨੂੰ ਕਿ ਮੈਂ ਜਿਸ ਮਕਸਦ ਦੇ ਲਈ ਔਰ ਜਿਸ ਮਿਸ਼ਨ 'ਤੇ ਰਿਹਾ ਕਿ ਵੀ ਉਹ ਸੱਚਾਈ ਦਾ ਹੈ ਕਿ ਨਹੀਂ ਹੈ। ਔਰ ਜਿਸ ਦਿਨ ਉਹਨਾਂ ਦੀ ਜਨਾਜ਼ੇ ਦੀ ਨਮਾਜ਼ ਸੀਗੀ ਤੇ ਮੇਰਾ ਅੰਦਾਜ਼ਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਔਰ ਸ਼ਾਮ ਵੇਲੇ ਤਾਂ ਤਕਰੀਬਨ ਸਾਰੇ ਬਾਈਪਾਸ ਜਿਹੜੇ ਸੀ ਉੱਥੇ ਜਾਮ ਲੱਗ ਗਿਆ ਲੋਕਾਂ ਦੀ ਵਜ੍ਹਾ ਨਾਲ। ਔਰ ਸਰਵ ਧਰਮਾਂ ਦੇ ਲੋਕਾਂ ਨੂੰ ਮੈਂ ਪਹਿਲੀ ਦਫਾ ਕਿਸੇ ਸ਼ਖਸੀਅਤ ਦੇ ਜਨਾਜ਼ੇ ਦੇ ਵਿੱਚ ਇਮੋਸ਼ਨਲ ਹੁੰਦੇ ਹੋਏ, ਜਜ਼ਬਾਤੀ ਹੁੰਦੇ ਹੋਏ ਮਹਿਸੂਸ ਕੀਤਾ। ਔਰ ਇਸ ਗੱਲ ਦੇ ਉੱਤੇ ਬੜਾ ਮਾਣ ਵੀ ਹੋਇਆ ਕਿ ਉਹ ਆਪਣੀ ਜ਼ਿੰਦਗੀ ਇਸ ਤਰੀਕੇ ਨਾਲ ਗੁਜ਼ਾਰ ਕੇ ਗਏ ਨੇ ਕਿ ਇਕੱਲੇ ਸਿਰਫ ਮੁਸਲਮਾਨ ਹੀ ਨਹੀਂ ਬਲਕਿ ਸਾਡੇ ਸ਼ਹਿਰ ਦੇ ਹਿੰਦੂ ਸਿੱਖ ਦਲਿਤ ਭਾਈਚਾਰੇ ਨੇ ਵੀ ਉਹਨਾਂ ਦੇ ਨਾਲ ਆਪਣੀ ਮੁਹੱਬਤ ਦਾ ਜਿਹੜਾ ਹੈ ਸਬੂਤ ਦਿੱਤਾ, ਤਾਂ ਕਿ ਜਦੋਂ ਪੂਰੇ ਪੰਜਾਬ ਤੋਂ ਨਮਾਜ਼ੀ ਜਿਹੜੇ ਹੈ ਜਨਾਜ਼ੇ ਦੀ ਨਮਾਜ਼ ਦੇ ਲਈ ਆਏ ਤੇ ਕਈ ਲੱਖ ਕਿਉਂਕਿ ਲੋਕ ਸੀਗੇ, ਔਰ ਉਹ ਇਤਿਹਾਸ ਦਾ ਅੱਜ ਤੱਕ ਦਾ ਸਭ ਤੋਂ ਬੜਾ ਜਨਾਜ਼ਾ ਜਿਹੜਾ ਹੈ ਉਹ ਪਿਛਲੇ ਮਹੀਨੇ ਹੋਇਆ। ਤੇ ਹੈਰਤ ਦੀ ਗੱਲ ਇਹ ਹੈ ਕਿ ਉਹਨਾਂ ਲੋਕਾਂ ਦੇ ਖਾਣ ਪੀਣ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ ਜਾਂ ਹੋਰ ਜਿਹੜੇ ਵੀ ਪ੍ਰਬੰਧ ਹੋਣੇ ਸੀ, ਕਿਉਂਕਿ ਅਸੀਂ ਤਾਂ ਘਰ ਦੇ ਲੋਕ ਹਾਂ, ਅਸੀਂ ਆਪਣੇ ਕੰਮਾਂ ਦੇ ਵਿੱਚ ਮਸਰੂਫ ਸੀ। ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਮੁਹੱਲੇ ਦੇ ਲੋਕ ਨੇ, ਇਲਾਕੇ ਦੇ ਲੋਕ ਨੇ, ਚਾਹੇ ਉਹ ਸ਼ਾਹਪੁਰ ਰੋਡ ਦੇ ਲੋਕ ਹੋਣ, ਚਾਹੇ ਉਹ ਜੇਲ੍ਹ ਰੋਡ ਦੇ, ਪੁਰਾਣੇ ਜੇਲ੍ਹ ਰੋਡ ਦੇ ਲੋਕ ਹੋਣ, ਚਾਹੇ ਗੁਰਦੁਆਰਾ ਕਲਗੀਧਰ ਵਾਲੀ ਸੜਕ ਹੋਵੇ, ਚਾਹੇ ਬਰਾਊਨ ਰੋਡ ਹੋਵੇ, ਜਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਜਿੰਨੇ ਵੀ ਸਾਥੀ ਨੇ, ਉਹਨਾਂ ਦੇ ਪ੍ਰਧਾਨ ਸਾਹਿਬ ਸਰਦਾਰ ਪ੍ਰਿਤਪਾਲ ਸਿੰਘ ਜੀ ਹੋਣ, ਇਹਨਾਂ ਸਾਰਿਆਂ ਲੋਕਾਂ ਨੇ ਉਹਨਾਂ ਇੰਨੇ ਲੱਖਾਂ ਲੋਕਾਂ ਨੂੰ ਉਸ ਵੇਲੇ ਸਾਂਭਿਆ ਵੀ, ਔਰ ਉਹਨਾਂ ਨੂੰ ਨਮਾਜ਼ ਪੜ੍ਹਨ ਦੇ ਲਈ ਪਾਣੀ ਵੀ ਮੁਹੱਈਆ ਕਰਾਇਆ, ਉਹਨਾਂ ਦੇ ਖਾਣ ਪੀਣ ਦਾ ਵੀ ਧਿਆਨ ਰੱਖਿਆ। ਤੇ ਮੈਂ ਸਮਝਦਾ ਕਿ ਉਹ ਜਾਂਦੇ ਹੋਏ ਵੀ ਸ਼ਾਹੀ ਇਮਾਮ ਸਾਹਿਬ ਆਪਸੀ ਭਾਈਚਾਰਕ ਸਾਂਝ ਦਾ ਇੱਕ ਵੱਡਾ ਸੰਦੇਸ਼ ਜਿਹੜਾ ਹੈ, ਇੱਕ ਵੱਡਾ ਹੁਲਾਰਾ ਜਿਹੜਾ ਉਹ ਸਾਨੂੰ ਦੇ ਕੇ ਗਏ ਨੇ। ਇੱਕ ਹੋਰ ਗੱਲ, ਉਸ ਸਮੇਂ ਦੀ ਮੈਨੂੰ ਵੀ ਗੱਲ ਵੀ ਯਾਦ ਹੈ, ਸ਼ਾਹੀਨ ਬਾਗ ਵੇਲੇ ਵੀ ਉਸ ਸਮੇਂ ਮੈਂ ਵੀ ਕਵਰੇਜ ਕਰ ਰਿਹਾ ਸੀ ਵੀ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਸਾਰਾ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਉਦੋਂ ਵੀ ਜਦੋਂ ਬੜੇ ਇਮਾਮ ਸਾਹਿਬ ਦਾ ਜਦੋਂ ਉਹ ਦਿਨ ਸੀਗਾ ਤਾਂ ਸਾਰਾ ਕਹਿ ਸਕਦੇ ਹਾਂ ਵੀ ਜੋ ਜਨਾਜ਼ਾ ਵੀ ਨਿਕਲਿਆ ਸੀ ਤਾਂ ਸਿੱਖ ਭਾਈਚਾਰੇ ਵੱਲੋਂ ਕੀਤਾ ਗਿਆ ਸੀ। ਸਿੰਘੂ ਬਾਰਡਰ ਤੁਸੀਂ ਜਾ ਕੇ ਆਉਂਦਾ, ਪੂਰਾ ਮੁਸਲਿਮ ਭਾਈਚਾਰੇ ਦੇ ਨਾਲ, ਮਤਲਬ ਇੱਕ ਭਾਈਚਾਰਕ ਸਾਂਝ, ਬਹੁਤ ਵਧੀਆ ਮੈਸੇਜ ਆਉਂਦਾ। ਹੁਣ ਅਸਲ ਦੇ ਵਿੱਚ ਜਦੋਂ ਮੈਨੂੰ ਸ਼ਾਹੀ ਇਮਾਮ ਬਣਾਇਆ ਗਿਆ ਤੇ ਦਸਤਾਰਬੰਦੀ ਹੋਈ ਤੇ ਉਹਦੇ ਬਾਅਦ ਸਾਡਾ ਟੀਚਾ ਉਹੀ ਹੈ ਜੋ ਸਾਡੇ ਮਰਹੂਮ ਵਾਲਿਦ ਸਾਹਿਬ ਰਹਿਮਤੁल्लाह ਅਲੈਹ ਦਾ ਟੀਚਾ ਸੀ। ਅਸੀਂ ਸਭ ਤੋਂ ਪਹਿਲਾਂ ਅਸਲ 'ਚ ਕੀ ਹੈ ਕਿ ਇਸਲਾਮ ਨੇ ਇੱਕ ਗੱਲ ਕਹੀ ਹੈ ਕਿ ਬੰਦੇ ਨੂੰ ਸਭ ਤੋਂ ਜ਼ਿਆਦਾ ਰੋਟੀ ਕੱਪੜੇ ਮਕਾਨ ਦੀ ਲੋੜ ਨਹੀਂ, ਹਰ ਇੱਕ ਬੰਦੇ ਦੀ ਸਭ ਤੋਂ ਪਹਿਲੀ ਲੋੜ ਜਿਹੜੀ ਹੈ ਉਹਦਾ ਆਤਮ ਸਨਮਾਨ ਹੈ, ਉਹਦੀ ਸੈਲਫ ਰਿਸਪੈਕਟ ਹੈ। ਕਿਸੇ ਵੀ ਬੰਦੇ ਦੀ ਸੈਲਫ ਰਿਸਪੈਕਟ ਨਾ ਹਟ ਹੋਏ, ਅਸੀਂ ਕਿਸੇ ਨਾਲ ਐਸਾ ਵਤੀਰਾ ਨਾ ਕਰੀਏ ਕਿ ਉਹਦਾ ਦਿਲ ਦੁਖੇ। ਹੁਣ ਜਿਸ ਮਿਸਾਲ ਦੇ ਤੌਰ 'ਤੇ ਕਿਸਾਨੀ ਅੰਦੋਲਨ ਜਿਹੜਾ ਸਾਡਾ ਚੱਲ ਰਿਹਾ, ਇਹ ਤਾਂ ਨਹੀਂ ਹੈ ਨਾ ਕਿ ਕਿਸੇ ਵੀ ਸਰਕਾਰ ਨੇ ਜਾਂ ਕਿਸੇ ਵੀ ਕਾਨੂੰਨ ਨੇ ਘਰ 'ਚ ਆ ਕੇ ਸਾਡੀ ਹਾਂਡੀ ਬਣਨੀ ਰੋਕਤੀ ਜਾਂ ਸਾਨੂੰ ਇਹ ਕਹਿ ਦਿੱਤਾ ਵੀ ਤੁਸੀਂ ਆਪਣੇ ਖੇਤਾਂ 'ਚ ਹਲ ਨਾ ਚਲਾਓ। ਨਹੀਂ, ਗੱਲ ਸਿਰਫ ਅਣਖ ਦੀ ਹੈ, ਗੱਲ ਵਿਚਾਰਕ ਮਤਭੇਦ ਦੀ ਹੈ ਔਰ ਆਪਣੇ ਵਿਚਾਰਾਂ ਨੂੰ ਸਹੀ ਕਰਨ ਦੀ ਹੈ। ਤੇ ਮੈਂ ਸਮਝਦਾ ਕਿ ਸਭ ਤੋਂ ਬੜੀ ਬਾਤ ਜਿਹੜੀ ਸ਼ਾਹੀ ਇਮਾਮ ਸਾਹਿਬ ਦੇ ਵਿੱਚ ਸੀਗੀ, ਮਰਹੂਮ ਮੇਰੇ ਵਾਲਿਦ ਸਾਹਿਬ ਦੇ ਵਿੱਚ, ਉਹਨਾਂ ਨੇ ਹਮੇਸ਼ਾ ਜੋ ਵੀ ਗੱਲ ਕਹੀ ਔਰ ਜੋ ਐਡਾ ਵੱਡਾ ਉਹਨਾਂ ਨੇ ਇੱਜ਼ਤ ਔਰ ਮਾਣ ਕਮਾਇਆ ਕਿ ਪੂਰੇ ਸ਼ਹਿਰ ਦੇ ਲੋਕ ਲੱਖਾਂ ਦੀ ਗਿਣਤੀ 'ਚ ਜਨਾਜ਼ੇ 'ਚ ਆਏ, ਫਿਰ ਪੂਰੇ ਹਿੰਦੁਸਤਾਨ ਦੀ ਸਾਰੀ ਮਸਜਿਦਾਂ 'ਚ ਦੁਆ ਹੋਈ, ਸਾਰੇ ਖੈਰ ਸਿਆਸੀ ਬੜੇ ਲੋਕ ਆਏ ਔਰ ਆਮ ਲੋਕ ਵੀ ਸਾਰਿਆਂ ਨੇ ਆ ਕੇ ਉਹਨਾਂ ਨੂੰ ਆ ਕੇ ਸ਼ਰਧਾਂਜਲੀ ਦਿੱਤੀ। ਲੇਕਿਨ ਉਹਨਾਂ ਦੀ ਮੈਂ ਸਮਝਦਾ ਕਿ ਜਿਹੜਾ ਮਿਸ਼ਨ ਸੀਗਾ ਕਿ ਨਹੀਂ, ਅਸੀਂ ਇੱਕ ਦੂਸਰੇ ਦਾ ਸਨਮਾਨ ਦਾ ਧਿਆਨ ਰੱਖਣਾ। ਮੈਨੂੰ ਯਾਦ ਹੈ ਕਿ ਅਗਰ ਕਦੀ ਪਾਕਿਸਤਾਨ ਵੱਲੋਂ ਕੋਈ ਅੱਤਵਾਦੀ ਗਤੀਵਿਧੀ ਹੋਈ ਹੈ ਤੇ ਠੋਕ ਕੇ ਉਹਨਾਂ ਨੇ, ਔਰ ਬੜੀ ਲੋਕ ਹੈਰਾਨ ਹੁੰਦੇ ਸੀ ਬਾਹਰਲੇ ਮੁਲਕਾਂ 'ਚ ਕਿ ਵੀ ਐਡਾ ਵੱਡਾ ਸ਼ਾਹੀ ਇਮਾਮ ਜਿਹੜਾ ਹੈ ਇੱਕ ਮੁਸਲਮਾਨ ਦੇਸ਼ ਦੇ ਵਿਰੁੱਧ ਬੜੇ ਖੁੱਲ੍ਹ ਕੇ ਸਟੇਟ ਫਾਰਵਰਡ ਬਿਆਨ ਦੇ ਰਿਹਾ। ਔਰ ਇਹੀ ਨਹੀਂ, ਸਾਡੇ ਦੇਸ਼ 'ਚ ਵੀ ਜਿਹੜੀਆਂ ਫਿਰਕੂ ਤਾਕਤਾਂ ਨੇ ਜਾਂ ਜਿਹੜੇ ਫਿਰਕੂ ਸੰਗਠਨ ਨੇ ਜਿਹੜੇ ਮੁਸਲਮਾਨਾਂ ਦੇ ਖਿਲਾਫ, ਦਲਿਤਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਬਾਰ-ਬਾਰ ਬੋਲਦੇ, ਜਿਨ੍ਹਾਂ ਦੀ ਖੈਰ ਰੋਜੀ ਰੋਟੀ ਇਹਦੇ ਨਾਲ ਚੱਲਦੀ ਹੈ, ਉਹਨਾਂ ਦੇ ਖਿਲਾਫ ਵੀ ਹਮੇਸ਼ਾ ਸਟੇਟ ਫਾਰਵਰਡ, ਹਾਲਾਂਕਿ ਉਹਨਾਂ ਨੂੰ ਬਹੁਤ ਦਫਾ
ਧਮਕੀਆਂ ਵੀ ਮਿਲੀਆਂ, ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ, 1-2 ਦਫਾ ਗੋਲੀ ਵੀ ਚੱਲੀ। ਉਹਦੇ ਬਾਵਜੂਦ ਸਾਰੀ ਜ਼ਿੰਦਗੀ ਬੜੀ ਹਿੰਮਤ ਦੇ ਨਾਲ, ਔਰ ਮੈਂ ਸਮਝਦਾ ਮੇਰਾ ਇਹ ਕੰਮ ਹੈ ਕਿ ਮੈਂ ਆਪਣੇ ਬਾਪ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਪੰਜਾਬ ਦੇ ਮੁਸਲਮਾਨਾਂ ਨੂੰ ਨਾਲ ਲੈ ਕੇ ਹਰੇਕ ਉਸ ਫਿਰਕੂ ਤਾਕਤ ਦਾ ਜਵਾਬ ਦੇਵਾਂ ਜਿਹੜੀ ਭਾਈਚਾਰਕ ਸਾਂਝ ਤੋੜਨਾ ਚਾਹੁੰਦੀ ਹੈ। ਮੁਸਲਮਾਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਲਈ, ਪੰਜਾਬੀ ਮਾਂ ਬੋਲੀ ਦੇ ਲਈ ਔਰ ਪੰਜਾਬੀਅਤ ਦੇ ਲਈ, ਔਰ ਅਸੀਂ ਸਾਰਿਆਂ ਨੇ ਆਪਣੀ ਸਟੇਟ ਦੇ ਵਿੱਚ ਜੋ ਭਾਈਚਾਰਕ ਸਾਂਝ ਸਦੀਆਂ ਤੋਂ, ਜੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਜਿਹੜੀ ਭਾਈਚਾਰਕ ਸਾਂਝ ਕਾਇਮ ਹੈ, ਇਹਨੂੰ ਅੱਗੇ ਵੀ ਕਾਇਮ ਰੱਖਣਾ। ਇਹਦੇ ਲਈ ਭਾਵੇਂ ਕੁਰਬਾਨੀ ਦੇਣੀ ਪਵੇ, ਕੁਰਬਾਨੀ ਦੇਣੀ ਹੈ। ਔਰ ਆਪਣਾ ਵਤੀਰਾ ਜਿਹੜਾ ਹੈ ਉਹ ਆਪਣੇ ਹਮਵਤਨ ਸਾਥੀਆਂ ਦੇ ਨਾਲ, ਚਾਹੇ ਉਹਨਾਂ ਦਾ ਧਰਮ ਕੋਈ ਵੀ ਹੋਵੇ, ਚਾਹੇ ਉਹ ਸਿੱਖ ਧਰਮ ਦੇ ਲੋਕ ਹੋਣ, ਚਾਹੇ ਉਹ ਸਾਡੇ ਹਿੰਦੂ ਭਰਾ ਹੋਣ, ਚਾਹੇ ਉਹ ਸਾਡੇ ਦਲਿਤ ਭਰਾ ਹੋਣ, ਚਾਹੇ ਉਹ ਈਸਾਈ ਭਾਈਚਾਰੇ ਦੇ ਲੋਕ ਹੋਣ, ਉਹਨਾਂ ਦੇ ਨਾਲ ਅਸੀਂ ਹਮੇਸ਼ਾ ਆਪਣਾ ਵਤੀਰਾ ਜਿਹੜਾ ਹੈ ਉਹ ਲੁਧਿਆਣਾ ਜਾਮਾ ਮਸਜਿਦ ਦੀ, ਕਿਉਂਕਿ ਸ਼ਾਨ ਹੀ ਇਹੀ ਹੈ ਕਿ ਸਨ 1932 ਦੇ ਵਿੱਚ ਜਦ ਹਿੰਦੂ ਪਾਣੀ ਔਰ ਮੁਸਲਮਾਨ ਪਾਣੀ ਦੀ ਗੱਲ ਅੰਗਰੇਜ਼ ਨੇ ਚਲਾਈ ਔਰ ਸਟੇਸ਼ਨਾਂ ਤੇ ਘੜੇ ਰਖਵਾਏ, ਔਰ ਫਿਰ ਆਵਾਜ਼ ਲੱਗਦੀ ਸੀ ਵੀ ਜਦੋਂ ਟ੍ਰੇਨ ਆਉਂਦੀ ਸੀ, ਹਿੰਦੂ ਪਾਣੀ ਪੀਓ, ਮੁਸਲਮਾਨ ਪਾਣੀ ਪੀਓ। ਤੇ ਸਾਡੇ ਪਰਦਾਦੇ ਨੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਐਲਾਨ ਕੀਤਾ ਬਕਾਇਦਾ ਇੱਥੋਂ ਕਿ ਸਾਰੇ ਇਕੱਠੇ ਹੋ ਜਾਓ, ਆਪਾਂ ਘੜੇ ਭੰਨਣੇ ਆ। ਤੇ ਉਦੋਂ ਸਰਕਾਰ ਦੇ ਖਿਲਾਫ ਕੌਣ ਬੋਲ ਸਕਦਾ ਸੀ? ਅੱਜ ਤਾਂ ਡੈਮੋਕ੍ਰੇਸੀ ਹੈ ਨਾ ਜੀ, ਹਰ ਬੰਦਾ ਬੋਲਣਾ ਚਾਹ ਰਿਹਾ, ਮੀਡੀਆ ਉਹਦੀ ਆਵਾਜ਼ ਚੱਕ ਵੀ ਰਿਹਾ। ਅੰਗਰੇਜ਼ ਦੇ ਦੌਰ 'ਚ ਡੈਮੋਕ੍ਰੇਸੀ ਨਹੀਂ ਸੀ, ਉਦੋਂ ਹਿਟਲਰ ਹੀ ਰਾਜ ਸੀਗਾ ਦੇਸ਼ ਦੇ ਵਿੱਚ, ਸਾਮਰਾਜ ਦਾ ਹਕੂਮਤ ਸੀਗੀ। ਅਗਰ ਕੋਈ ਬੋਲਦਾ ਸੀ ਉਹ ਅੰਦਰ ਜਾਂਦਾ ਸੀਗਾ। ਫਿਰ ਵੀ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਕਿਹਾ ਅਸੀਂ ਘੜੇ ਭੰਨਣੇ ਆ। ਘੜੇ ਭੰਨੇ ਗਏ ਪੂਰੇ ਸਟੇਸ਼ਨਾਂ ਦੇ ਉੱਤੇ। ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਗਈ, 4 ਸਾਲ ਦੇ ਲਈ ਜੇਲ੍ਹ ਭੇਜਿਆ ਗਿਆ ਵੀ ਤੇਰੀ ਵਜ੍ਹਾ ਨਾਲ ਇਹ ਜਿਹੜਾ ਹਿੰਦੂ ਪਾਣੀ ਮੁਸਲਮਾਨ ਪਾਣੀ ਸਿਸਟਮ ਜਿਹੜਾ ਖਤਮ ਹੋ ਗਿਆ। ਇਹ ਗੱਲ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਅਗਰ ਦੇਸ਼ ਨੂੰ ਆਜ਼ਾਦ ਕਰਾਉਣਾ ਹੈ, ਮੈਂ ਇੱਕ ਵਾਰ ਫਿਰ ਸਾਰੇ ਪੰਜਾਬੀਆਂ ਨੂੰ ਔਰ ਲੁਧਿਆਣੇ ਵਾਲਿਆਂ ਨੂੰ ਕਹਿਣਾ, ਕਿਉਂਕਿ ਅਸੀਂ ਜਿਹੜੇ ਲੁਧਿਆਣੇ ਵਾਲੇ ਹਾਂ, ਅਸੀਂ ਤਾਂ ਜਿੰਨੇ ਪੰਜਾਬੀ ਹਾਂ, ਅਸੀਂ ਤਾਂ ਮੁਹੱਬਤ ਦੀ ਮਿਸਾਲ ਹਾਂ ਦੁਨੀਆ ਦੇ ਵਿੱਚ। ਸਾਡੀ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਨਾ, ਲੋਕ ਇਹਦੀਆਂ ਸਿਫਤਾਂ ਮਿਸਾਲਾਂ ਦਿੰਦੇ ਕਿ ਆਓ ਅਗਰ ਮੁਹੱਬਤਾਂ ਦੇਖਣੀਆਂ, ਭਾਈਚਾਰਕ ਸਾਂਝ ਦੇਖਣੀ ਤੇ ਪੰਜਾਬ ਚੱਲਦੇ, ਉੱਥੇ ਚੱਲ ਕੇ ਤੁਹਾਨੂੰ ਦਿਖਾਉਂਦੇ ਕਿ ਵੀ ਕਿੱਦਾਂ ਸਾਰੀ ਕੌਮਾਂ ਦੇ ਲੋਕ ਇਕੱਠੇ ਰਹਿੰਦੇ। ਤੇ ਜਦੋਂ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਕਿਹਾ ਸਾਰਿਆਂ ਨੂੰ ਇਕੱਠੇ ਕਰਕੇ ਕਿ ਦੇਸ਼ ਆਜ਼ਾਦ ਕਰਾਉਣਾ ਹੈ, ਕਹਿੰਦੇ ਹਾਂਜੀ ਕਰਾਉਣਾ। ਕਹਿੰਦੇ ਫਿਰ ਆਪਾਂ ਨੂੰ ਇੱਕੋ ਹੀ ਪਾਣੀ ਪੀਣਾ ਹੋਊਗਾ, ਹਿੰਦੂ ਪਾਣੀ ਮੁਸਲਮਾਨ ਪਾਣੀ ਦੇ ਘੜੇ ਭੰਨਣੇ ਹੋਣਗੇ। ਔਰ ਉਹਨਾਂ ਦਾ ਇੱਕ ਬਹੁਤ ਖੂਬਸੂਰਤ ਵਾਕਿਆ ਤੁਹਾਨੂੰ ਮੈਂ ਸੁਣਾਉਣਾ ਕਿ ਜਦੋਂ ਅੰਗਰੇਜ਼ ਦਾ ਰਾਜ ਸੀਗਾ ਤੇ ਉਦੋਂ ਜਿੱਦਾਂ ਪੁਲਿਸ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਸਾਡੇ ਭਾਰਤੀ ਮੂਲ ਦੇ ਲੋਕ ਵੀ ਭਰਤੀ ਸੀਗੇ। ਜਦੋਂ ਪਹਿਲੀ ਤਕਰੀਰ ਅੰਗਰੇਜ਼ਾਂ ਦੇ ਖਿਲਾਫ ਕੀਤੀ ਸਨ 1929 ਦੇ ਵਿੱਚ, ਔਰ ਕਿਹਾ ਕਿ ਸਿਵਲ ਨਾਫਰਮਾਨੀ ਕਰੋ, ਮਤਲਬ ਡਾਕਖਾਨਿਆਂ ਦਾ ਇਸਤੇਮਾਲ ਨਾ ਕਰੋ, ਅੰਗਰੇਜ਼ ਦੀ ਕਹਿਣਾ ਨਾ ਮੰਨੋ, ਅੰਗਰੇਜ਼ ਦੇ ਥਾਣਿਆਂ ਦੇ ਵਿੱਚ ਨਾ ਜਾਓ, ਅੰਗਰੇਜ਼ ਦੀਆਂ ਬਣਾਈਆਂ ਹੋਈਆਂ ਲਿਆਈਆਂ ਹੋਈਆਂ ਚੀਜ਼ਾਂ ਨਾ ਖਰੀਦੋ। ਜਦ ਸਿਵਲ ਨਾਫਰਮਾਨੀ ਦਾ ਐਲਾਨ ਹੋਇਆ ਪੂਰੇ ਦੇਸ਼ 'ਚ, ਤੇ ਪੰਜਾਬ 'ਚ ਖਿਲਾਫਤ ਮੂਵਮੈਂਟ ਦੀ ਜਿਹੜੀ ਕਿਆਦਤ ਹੈ ਉਹ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਸਾਂਭੀ। ਪਹਿਲੀ ਤਕਰੀਰ ਤੋਂ ਬਾਅਦ ਅੰਗਰੇਜ਼ ਨੇ ਫੜ ਲਿਆ ਉਹਨਾਂ ਨੂੰ, ਔਰ ਇੰਨਾ ਲੋਕਾਂ ਨਾਲ ਪਿਆਰ ਸੀ। ਸ਼ਹਿਰ ਦੇ ਹਿੰਦੂ ਸਿੱਖ, ਉਦੋਂ ਲੁਧਿਆਣੇ ਦੀ ਆਬਾਦੀ ਤਕਰੀਬਨ 10 ਜਾਂ 12 ਹਜ਼ਾਰ ਸੀ। ਲੁਧਿਆਣੇ ਦੀ ਪੁਰਾਣੀ ਇਤਿਹਾਸਿਕ ਜੇਲ੍ਹ ਇਸ ਗੱਲ ਦੀ ਗਵਾਹ ਹੈ ਕਿ ਹਜ਼ਾਰਾਂ ਲੋਕ ਜੇਲ੍ਹ ਦੇ ਬਾਹਰ ਇਕੱਠੇ ਹੋ ਗਏ ਕਿ ਨਹੀਂ, ਜਾਤੀ ਮੌਲਾਨਾ ਸਾਹਿਬ ਦੀ ਸ਼ਕਲ ਨਹੀਂ ਦਿਖਾਓਗੇ, ਅਸੀਂ ਘਰ ਨੂੰ ਨਹੀਂ ਜਾਵਾਂਗੇ। ਮਜਬੂਰਨ ਉਹਨਾਂ ਨੂੰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਦਾ ਮੁਕੱਦਮਾ ਜੇਲ੍ਹ ਦੇ ਅੰਦਰ ਚਲਾਉਣਾ ਪਿਆ। ਜੱਜ ਸਾਹਿਬ ਆ ਗਏ। ਜੱਜ ਨੇ ਜਿਹੜਾ ਕਿ ਸਾਡੇ ਭਾਰਤੀ ਮੂਲ ਦਾ ਸੀਗਾ, ਉਹਨਾਂ ਨੇ ਇੱਕ ਗੱਲ ਕਹੀ ਫੈਸਲਾ ਲਿਖਦੇ ਹੋਏ, ਕਹਿਣ ਲੱਗੇ ਮੌਲਾਨਾ ਸਾਹਿਬ, ਮੈਨੂੰ ਪਤਾ ਹੈ ਕਿ ਤੁਹਾਡੀ ਤਕਰੀਰ ਦੇ ਉੱਤੇ, ਕਿਉਂਕਿ ਇਹਦੇ 'ਚ ਕੋਈ ਲੋਕਾਂ ਨੂੰ ਦੰਗਾ ਕਰਨ ਦਾ ਸੁਨੇਹਾ ਨਹੀਂ ਹੈ, ਸਾਰਾ ਸੁਨੇਹਾ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਹੈ। ਤੁਸੀਂ ਇਹ ਨਹੀਂ ਕਿਹਾ ਕਿ ਕਿਸੇ ਨੂੰ ਮਾਰੋ, ਕਿਸੇ ਨੂੰ ਕਤਲ ਕਰੋ, ਤੁਸੀਂ ਇਹ ਕਿਹਾ ਕਿ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਡੈਮੋਕ੍ਰੈਟਿਕ ਤਰੀਕੇ ਨਾਲ ਅੰਗਰੇਜ਼ ਦੀ ਮੁਖਾਲਫਤ ਕਰੋ। ਕਹਿੰਦਾ ਇਹ ਮੈਨੂੰ ਪਤਾ ਤੁਹਾਨੂੰ ਸਜ਼ਾ ਨਹੀਂ ਬਣਦੀ, ਲੇਕਿਨ ਜਿਹੜਾ DC ਹੈ ਕੁਲਟਨ ਬਹਾਦਰ ਉਹਦਾ ਨਾਂ ਸੀਗਾ, ਕਹਿੰਦਾ DC ਸਾਹਿਬ ਦਾ ਸੁਨੇਹਾ ਹੈ ਕਿ ਹਰ ਹਾਲਤ 'ਚ ਮੌਲਵੀ ਸਾਹਿਬ ਨੂੰ ਸਜ਼ਾ ਦੇਣੀ ਹੀ ਦੇਣੀ ਹੈ, ਆਪਾਂ ਇਹਨਾਂ ਨੂੰ ਰਿਹਾਅ ਨਹੀਂ ਕਰਨਾ ਚਾਹੁੰਦੇ। ਤੇ ਕਹਿੰਦਾ ਮੈਂ ਬੜਾ ਮਜਬੂਰ ਸੀ। ਤੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨੇ ਜਦ ਜੱਜ ਦੀ ਗੱਲ ਸੁਣੀ, ਵਿਦਿਆ ਸਾਗਰ ਉਹਦਾ ਨਾਂ ਸੀ ਜੱਜ ਦਾ, ਦਰਜਾ ਅਵਲ ਦਾ ਮੈਜਿਸਟ੍ਰੇਟ ਸੀ ਲੁਧਿਆਣੇ, ਤੇ ਬੜੀ ਖੂਬਸੂਰਤ ਇਹ ਗੱਲ ਇਤਿਹਾਸ 'ਚ ਲਿਖੀ ਹੈ, ਉਹਨਾਂ ਦੀ ਅਲੱਗ-ਅਲੱਗ ਕਿਤਾਬਾਂ 'ਚ, ਉਹਨਾਂ ਦੀ ਡਾਇਰੀ 'ਚ ਦਰਜ ਹੈ। ਫਰਮਾਇਆ ਜਦੋਂ ਜੱਜ ਨੇ ਮੈਨੂੰ ਕਿਹਾ ਨਾ ਮੈਂ ਮਜਬੂਰ ਹਾਂ, ਕਹਿਣ ਲੱਗੇ ਯਾਰ ਜੱਜ ਸਾਹਿਬ, ਇਹ ਤਾਂ ਜ਼ਿੰਦਗੀ ਦਾ ਪਹਿਲਾ ਪੜਾਅ ਹੈ ਔਰ ਆਪਣੇ ਬਾਪ ਦਾਦਿਆਂ ਦੇ ਨਕਸ਼ੇ ਕਦਮ ਤੇ ਚੱਲਦੇ ਪਹਿਲੇ ਪੜਾਅ ਤੇ ਮੈਂ ਤਕਰੀਰ ਕੀਤੀ ਅੰਗਰੇਜ਼ ਦੇ ਖਿਲਾਫ, ਤੈਨੂੰ ਤੇਰੀ ਅਦਾਲਤ 'ਚ ਆ ਗਿਆ, ਮੈਨੂੰ ਸਜ਼ਾ ਦਿੱਤੀ ਗਈ। ਕਹਿਣ ਲੱਗੇ ਯਾਰ ਜ਼ਿੰਦਗੀ ਦੇ ਪਹਿਲੇ ਪੜਾਅ ਤੇ ਆਜ਼ਾਦੀ ਔਰ ਗੁਲਾਮੀ ਦਾ ਫਲਸਫਾ ਸਮਝ ਆ ਗਿਆ। ਜੱਜ ਨੇ ਕਿਹਾ ਮੌਲਾਨਾ ਸਾਹਿਬ ਉਹ ਕੀ ਸਮਝ ਆ ਗਿਆ ਆਜ਼ਾਦੀ ਤੇ ਗੁਲਾਮੀ ਦਾ ਫਲਸਫਾ? ਕਹਿਣ ਲੱਗੇ ਯਾਰ ਦੇਖ, ਤੂੰ ਜੱਜ ਦੀ ਕੁਰਸੀ ਤੇ ਬੈਠ ਕੇ ਵੀ ਅੰਗਰੇਜ਼ ਦਾ ਗੁਲਾਮ ਹੈ, ਮੈਂ ਕਟਹਿਰੇ 'ਚ ਵੀ ਖੜਾ ਹੋ ਕੇ ਆਜ਼ਾਦ ਭਾਰਤੀ ਹਾਂ।
ਇਹ ਫਲਸਫਾ ਹੈ ਆਜ਼ਾਦੀ ਔਰ ਗੁਲਾਮੀ ਦਾ। ਇਹੀ ਫਲਸਫੇ ਦੀ ਅੱਜ ਜ਼ਰੂਰਤ ਹੈ ਕਿ ਤੁਸੀਂ ਅਗਰ ਆਪਣੇ ਸਿਆਸੀ ਫਾਇਦਿਆਂ ਦੇ ਲਈ ਔਰ ਅਗਰ ਤੁਸੀਂ ਆਪਣੀ ਕਿਸੇ ਧਾਰਮਿਕ ਫਾਇਦੇ ਦੇ ਲਈ ਸਿਰਫ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਹੋ ਜਿਹੜੇ ਜ਼ੁਲਮ ਕਰਦੇ ਪਏ, ਸਿਰਫ ਉਹਨਾਂ ਦਾ ਸਾਥ ਦੇਣਾ ਚਾਹੁੰਦੇ ਹੋ ਜਿਹੜੇ ਧੱਕਾ ਕਰਕੇ ਦੂਸਰਿਆਂ ਨੂੰ ਦਬਾਉਣਾ ਚਾਹੁੰਦੇ ਨੇ, ਤੇ ਇਹਦਾ ਮਤਲਬ ਹਜੇ ਵੀ ਤੁਸੀਂ ਦਿਮਾਗੀ ਤੌਰ ਤੇ ਕਿਸੇ ਨਾ ਕਿਸੇ ਤਾਕਤ ਦੇ ਗੁਲਾਮ ਹੋ। ਆਜ਼ਾਦ ਬੰਦਾ ਉਹ ਹੁੰਦਾ ਹੈ ਜਿਹੜਾ ਹੱਕ ਔਰ ਇਨਸਾਫ ਦੇ ਲਈ, ਸੱਚਾਈ ਦੇ ਲਈ ਕਿਸੇ ਤਾਕਤ ਤੋਂ ਬਿਨਾਂ ਡਰੇ ਹੋਏ ਖੁਦਾ ਦੇ ਨਾਮ ਦੇ ਉੱਤੇ ਅੱਛੀ ਗੱਲ ਜਿਹੜੀ ਉਹ ਲੋਕਾਂ ਤੱਕ ਪਹੁੰਚਾਏ ਜੀ। ਕੱਲ ਦੀ ਇੱਕ ਫੋਟੋ ਵੀ ਬੜੀ ਵਾਇਰਲ ਹੋ ਰਹੀ ਹੈ, ਸੀਐਮਓ ਨੇ ਵੀ ਪਾਈ ਹੈ, ਆਫਿਸ ਤੋਂ ਵੀ ਪਈ ਹੈ, ਆਪਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲ ਕੇ ਆਏ ਹੋ। ਕੀ ਗੱਲ ਹੋਈ ਉੱਥੇ ਜਾ ਕੇ? ਕਦੇ ਮਤਲਬ ਕਹਿ ਸਕਦੇ ਆ ਵੀ ਉੱਥੇ ਬੈਠਕ ਹੋਈ, ਤੁਸੀਂ ਮਿਲ ਕੇ ਆਏ, ਕਿਸ ਮਾਮਲਿਆਂ ਤੇ ਉੱਥੇ ਗੱਲਬਾਤ ਹੋਈ ਹੈ? ਇੱਦਾਂ ਕਿ ਬੜੇ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਸਾਹਿਬ ਦਾ ਇੱਕ ਤਰੀਕਾ ਰਿਹਾ ਹੈ ਹਮੇਸ਼ਾ ਕਿ ਆਪਣੀ ਕੌਮ ਦੇ, ਕਿਉਂਕਿ ਪੰਜਾਬ 'ਚ ਮੁਸਲਮਾਨ ਘੱਟ ਗਿਣਤੀ ਦੇ ਵਿੱਚ ਨੇ, ਤੇ ਹਮੇਸ਼ਾ ਆਪਣੀ ਕੌਮ ਦੇ ਹੱਕਾਂ ਦੇ ਲਈ, ਉਹਨਾਂ ਦੀ ਜ਼ਰੂਰਤਾਂ ਦੇ ਲਈ ਉਹ ਅਲੱਗ-ਅਲੱਗ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬਾਨ ਨੂੰ ਮਿਲਦੇ ਰਹੇ। ਪੰਜਾਬ 'ਚ ਪਿਛਲੇ ਦਿਨੀ ਜਦ ਸਰਕਾਰ 'ਚ ਥੋੜ੍ਹੀਆਂ ਜਿਹੀਆਂ ਤਬਦੀਲੀਆਂ ਹੋਈਆਂ ਤੇ ਨਵੇਂ ਮੁੱਖ ਮੰਤਰੀ ਸਾਹਿਬ ਜਦੋਂ ਆਏ ਤੇ ਤਕਰੀਬਨ ਸਾਰਿਆਂ ਨੂੰ ਲੱਗਿਆ ਕਿ ਇੱਕ ਆਮ ਬੰਦਾ ਆ ਕੇ ਲੋਕਾਂ ਦੀ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕਰ ਰਿਹਾ। ਤੇ ਮੈਨੂੰ ਪੂਰੇ ਪੰਜਾਬ ਤੋਂ ਤਕਰੀਬਨ ਹਰੇਕ ਜ਼ਿਲ੍ਹੇ ਤੋਂ ਮੁਸਲਮਾਨਾਂ ਦੇ ਪਿਛਲੇ 2 ਮਹੀਨੇ ਤੋਂ ਅਪਰੋਚ ਹੋਣ ਲੱਗ ਪਈ ਕਿ ਜਦੋਂ ਇਹ ਮਾਮਲਾ ਸ਼ੁਰੂ ਹੋਇਆ, ਜਦੋਂ ਚੰਨੀ ਸਾਹਿਬ ਸੀਐਮ ਬਣੇ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਆਮ ਲੋਕਾਂ ਲਈ ਐਲਾਨ ਕਰਨੇ ਸ਼ੁਰੂ ਕੀਤੇ ਤੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੀ ਮਸਜਿਦਾਂ ਦੇ ਇਮਾਮ ਸਾਹਿਬਾਨ, ਪ੍ਰਧਾਨ ਸਾਹਿਬਾਨ, ਕਿਉਂਕਿ ਜਿਸ ਦਿਨ ਦਾ ਮੈਂ ਸ਼ਾਹੀ ਇਮਾਮ ਦੇ ਤੌਰ ਤੇ ਦਸਤਾਰਬੰਦੀ ਹੋ ਕੇ ਦਫ਼ਤਰ 'ਚ ਬੈਠਾ, ਮੇਰਾ ਅੰਦਾਜ਼ਾ ਹੈ ਕਿ ਰੋਜ਼ਾਨਾ ਪੂਰੇ ਪੰਜਾਬ ਤੋਂ ਲੋਕ ਜਿਹੜੇ ਹੈ ਉਹ ਆ ਰਹੇ ਨੇ, ਕਿਉਂਕਿ ਇੱਕ ਰਸਮ ਹੈ ਕਿ ਨਵੇਂ ਸ਼ਾਹੀ ਇਮਾਮ ਨੂੰ ਹਰੇਕ ਜ਼ਿਲ੍ਹੇ ਦੇ ਲੋਕ ਜਿਹੜੇ ਹੈ ਮਸਜਿਦ 'ਚ ਆ ਕੇ ਇੱਕ ਦਸਤਾਰ ਜਿਹੜੀ ਹੈ ਉਹ ਪੇਸ਼ ਕਰਦੇ। ਇਹ ਸਿਲਸਿਲਾ ਹਜੇ ਵੀ ਚੱਲ ਰਿਹਾ, ਅੱਜ ਵੀ ਜੁਮੇ ਦੀ ਨਮਾਜ਼ ਤੋਂ ਪਹਿਲਾਂ ਚੱਲਦਾ ਰਿਹਾ। ਤੇ ਸਾਰੇ ਪੰਜਾਬ ਦੇ ਮੁਸਲਮਾਨਾਂ ਦਾ, ਚਾਹੇ ਉਹ ਸ਼ਹਿਰੀ ਮੁਸਲਮਾਨ ਨੇ ਚਾਹੇ ਪੇਂਡੂ ਮੁਸਲਮਾਨ ਨੇ, ਉਹਨਾਂ ਦਾ ਲਗਾਤਾਰ ਪਿਛਲੇ 10-15 ਦਿਨ ਤੋਂ ਮੈਨੂੰ ਬੜਾ ਇਸਰਾਰ ਸੀਗਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਜਿੱਥੇ ਸਾਰੀਆਂ ਕੌਮਾਂ ਦੇ ਮਸਾਇਲ ਜਿਹੜੇ ਹੱਲ ਹੋ ਰਹੇ ਨੇ, ਘੱਟੋ ਘੱਟ ਮੁਸਲਮਾਨਾਂ ਦੀਆਂ ਉਹ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਕਿ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ, ਤੇ ਘੱਟੋ ਘੱਟ ਉਹ ਜ਼ਰੂਰਤਾਂ ਅਸੀਂ ਜਿਹੜੀਆਂ ਸੀਐਮ ਸਾਹਿਬ ਦੇ ਸਾਹਮਣੇ ਰੱਖੀਏ। ਤੇ ਇਸੀ ਦੇ ਲਈ ਕੱਲ੍ਹ ਦੀ ਜਿਹੜੀ ਸਾਡੀ ਮੁਲਾਕਾਤ ਜਿਹੜੀ ਸੀਗੀ ਉਹ ਪੰਜਾਬ ਦੀ ਘੱਟ ਗਿਣਤੀਆਂ ਨੂੰ ਲੈ ਕੇ, ਪੰਜਾਬ ਦੇ ਮੁਸਲਮਾਨਾਂ ਦੇ ਮਸਾਇਲ ਨੂੰ ਲੈ ਕੇ ਤਕਰੀਬਨ ਅੱਧਾ ਘੰਟਾ ਦੀ ਉਹ ਮੁਲਾਕਾਤ ਸੀ, ਜਿਹਦੇ ਵਿੱਚ ਵਿਸਥਾਰ ਦੇ ਨਾਲ ਅਸੀਂ ਉਹਨਾਂ ਲੋਕਾਂ ਦੀ, ਉਹਨਾਂ ਮਸਲਿਆਂ ਦੀ ਜਿਨ੍ਹਾਂ ਦੀ ਜ਼ਰੂਰਤ ਹੈ ਫੌਰੀ ਤੌਰ 'ਤੇ ਮੁਸਲਮਾਨ ਚਾਹੁੰਦੇ ਹੱਲ ਹੋ ਜਾਣ, ਉਹਨਾਂ ਬਾਰੇ ਚਰਚਾ ਕੀਤੀ ਗਈ। ਉਸਮਾਨ ਜੀ, ਅਸੀਂ ਅੰਗਰੇਜ਼ੀ ਸਰਕਾਰ ਦੀ ਗੱਲ ਕੀਤੀ, ਪਰ ਮੌਜੂਦਾ ਸਰਕਾਰ 'ਚ ਵੀ ਜੇ ਗੱਲ ਕਰੀਏ ਤਾਂ ਇਸ ਜਗ੍ਹਾ ਦਾ ਬਹੁਤ ਵੱਡਾ ਰੋਲ ਰਿਹਾ। ਸ਼ਾਹੀਨ ਬਾਗ ਲੁਧਿਆਣਾ ਵੀ ਇੱਥੋਂ ਹੀ ਸ਼ੁਰੂ ਹੋਇਆ। ਖੇਤੀ ਕਾਨੂੰਨਾਂ ਦੇ ਖਿਲਾਫ ਤੁਸੀਂ ਇੱਕ ਨਹੀਂ ਕਿੰਨੇ ਧਰਨੇ ਮੁਜ਼ਾਹਰੇ ਕੀਤੇ ਨੇ, ਤੇ ਇਹੀ ਗੱਲ ਆ ਵੀ ਹਰ ਪਾਸੋਂ ਵੀ ਉਦੋਂ ਵੀ ਹੁੰਦਾ ਰਿਹਾ ਤੇ ਹੁਣ ਵੀ ਹੋ ਰਿਹਾ ਜੀ। ਅਸਲ ਦੇ ਵਿੱਚ ਇਹ ਹੈ ਕਿ ਲੁਧਿਆਣਾ ਜਾਮਾ ਮਸਜਿਦ ਨੇ ਸ਼ੁਰੂ ਤੋਂ, ਖਾਸ ਕਰ ਮੈਂ ਤੁਹਾਨੂੰ ਇੱਕ ਬਹੁਤ ਖੂਬਸੂਰਤ ਵਾਕਿਆ ਸੁਣਾਉਣਾ। ਜਦੋਂ ਸਨ 1947 'ਚ ਪਾਕਿਸਤਾਨ ਬਣਿਆ ਤੇ ਉਸ ਵੇਲੇ ਜਿਹੜੇ ਬੜੇ ਸ਼ਾਹੀ ਇਮਾਮ ਸਾਹਿਬ ਸਾਡੇ ਪਰਦਾਦਾ ਮਰਹੂਮ ਸੀਗੇ, ਤੇ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਨਹੀਂ, ਮੈਂ ਪਾਕਿਸਤਾਨ ਨਹੀਂ ਬਣਾਉਣਾ ਚਾਹੁੰਦਾ। ਮੁਹੰਮਦ ਅਲੀ ਜਿਨਾ ਸਾਡੇ ਘਰ ਆਇਆ, ਕੌਮੀ ਲੀਡਰ ਸੀਗੇ, ਤੇ ਫਿਰ ਜਵਾਹਰ ਲਾਲ ਜੀ ਉਸੀ ਦਿਨਾਂ 'ਚ ਲੁਧਿਆਣੇ ਆਏ। ਅਗਰ ਤੁਸੀਂ ਇਤਿਹਾਸ ਚੱਕੋਗੇ, ਅਗਸਤ 1947 ਦੇ ਮਹੀਨੇ 'ਚ ਪੰਡਿਤ ਜਵਾਹਰ ਲਾਲ ਨਹਿਰੂ ਦੁਬਾਰਾ ਲੁਧਿਆਣੇ ਆਏ, ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਨਾਲ ਮਿਲਿਆ, ਫਿਰ ਇੱਥੋਂ ਦੁਬਾਰਾ ਜਲੰਧਰ ਗਏ, ਜਲੰਧਰ ਤੋਂ ਅੰਮ੍ਰਿਤਸਰ ਗਏ, ਜਦੋਂ ਅਜੇ ਵੰਡ ਹੋਣੀ ਸੀ ਔਰ ਇਹ ਦਿਨ ਚੱਲਦੇ ਪਏ ਸੀ। ਤੇ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਦਾ ਕਹਿਣਾ ਸੀਗਾ ਕਿ ਨਹੀਂ, ਅਸੀਂ ਦੇਸ਼ ਨੂੰ ਨਾ ਵੰਡੀਏ। ਖੈਰ ਉਸ ਵੇਲੇ ਜੋ ਅੰਗਰੇਜ਼ ਦੀਆਂ ਚਾਲਾਂ ਸੀ ਕਾਮਯਾਬ ਹੋਈਆਂ, ਲੇਕਿਨ ਲੁਧਿਆਣਾ ਜਾਮਾ ਮਸਜਿਦ ਨੇ ਉਦੋਂ ਵੀ ਇਹ ਸਟੈਂਡ ਲਿਆ ਕਿ ਜਦ ਅਸੀਂ ਇੱਕ ਅਲੱਗ ਦੇਸ਼ ਦੀ ਵਿਰੋਧਤਾ ਕੀਤੀ ਤੇ ਅਸੀਂ ਨਹੀਂ ਜਾਵਾਂਗੇ, ਔਰ ਅਸੀਂ ਨਹੀਂ ਗਏ। ਅਸੀਂ ਆਪਣੇ ਹੀ ਵਤਨ ਦੇ ਵਿੱਚ ਰਹੇ, ਆਪਣੀ ਮਿੱਟੀ ਦੇ ਨਾਲ ਜੁੜ ਕੇ ਰਹੇ, ਔਰ ਫਿਰ ਦੁਬਾਰਾ ਨਵੇਂ ਸਿਰੇ ਤੋਂ ਸਰਵਾਈਵ ਜਿਹੜਾ ਹੈ ਕੀਤਾ। ਜਿਹੜੇ ਥੋੜ੍ਹੇ ਬਹੁਤ ਮੁਸਲਮਾਨ ਪੰਜਾਬ ਦੇ ਵਿੱਚ ਰਹਿ ਗਏ, ਅਲੱਗ-ਅਲੱਗ ਪਿੰਡਾਂ 'ਚ, ਕਸਬਿਆਂ 'ਚ, ਲਗਾਤਾਰ ਜਿਹੜਾ ਹੈ 70 ਸਾਲ ਤੱਕ ਸਾਡੇ ਖਾਨਦਾਨ ਨੇ ਉਹਨਾਂ ਦੇ ਨਾਲ ਵਿਚਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨਾਲ ਉਹਨਾਂ ਦੀ ਜ਼ਰੂਰਤਾਂ ਦਾ ਖਿਆਲ ਰੱਖਿਆ, ਉਹਨਾਂ ਦੇ ਨਾਲ ਜਦ ਕਦੀ ਧੱਕਾ ਹੋਇਆ ਉਹਦੇ ਵੱਲ ਨਾਲ ਜਾ ਕੇ ਉਹਨਾਂ ਦੇ ਨਾਲ ਉਸ ਧੱਕੇ ਦਾ ਹੱਲ ਕਰਾਇਆ, ਉਹਨਾਂ ਨੂੰ ਇੱਜ਼ਤ ਔਰ ਮਾਣ ਔਰ ਸਤਿਕਾਰ ਦਿਵਾਇਆ। ਤੇ ਮੈਂ ਸਮਝਦਾ ਹਾਂ ਜਿੱਦਾਂ ਸ਼ਾਹੀਨ ਬਾਗ ਲੱਗਿਆ, ਕੇਂਦਰ ਸਰਕਾਰ ਨੇ ਕਿੱਡੀ ਬੜੀ ਜ਼ਿਆਦਤੀ ਦੀ ਗੱਲ ਕੀਤੀ, ਲੇਕਿਨ ਨਾਰਥ ਇੰਡੀਆ 'ਚ ਪਹਿਲਾ ਸ਼ਾਹੀਨ ਬਾਗ ਜਿਹੜਾ ਉਹ ਲੁਧਿਆਣਾ ਜਾਮਾ ਮਸਜਿਦ ਵੱਲੋਂ ਲਾਇਆ ਗਿਆ। ਔਰ ਤੁਹਾਨੂੰ ਪਤਾ ਕਿ ਰੋਜ਼ਾਨਾ 10,000 ਲੋਕ ਲਗਾਤਾਰ 2 ਮਹੀਨੇ ਤੱਕ ਆਉਣਾ ਇਹ ਕੋਈ ਆਮ ਗੱਲ ਨਹੀਂ ਹੈ। ਤੇ ਮੈਂ ਸਮਝਦਾ, ਮੈਨੂੰ ਤਾਂ ਇਸ ਗੱਲ ਦਾ ਮੈਂ ਖੁਦਾ ਦੇ ਹੁਜ਼ੂਰ ਸ਼ੁਕਰ ਅਦਾ ਕਰਦਾ ਹੁੰਦਾ ਕਿ ਮੇਰੇ ਮਰਹੂਮ ਵਾਲਿਦ ਸਾਹਿਬ ਰਹਿਮਤੁल्लाह ਅਲੈਹ, ਔਰ ਅੱਜ ਅਸੀਂ ਵੀ ਜਦ ਵੀ ਕਦੀ ਆਪਣੀ ਕੌਮ ਨੂੰ ਆਵਾਜ਼ ਦਿੱਤੀ, ਕਿਉਂਕਿ ਕੌਮ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਹੈ ਨਿਸਵਾਰਥ ਹੈ। ਅਸੀਂ ਜਿਸ ਘਰ 'ਚ 200 ਸਾਲ ਪਹਿਲਾਂ ਰਹਿ ਰਹੇ ਸੀ, ਅੱਜ ਵੀ ਉੱਥੇ ਹੀ ਰਹਿ ਰਹੇ ਹਾਂ।
ਜੋ ਆਮਦਨੀ ਦੇ ਜ਼ਰਾਏ ਜਾਇਜ਼ ਤਰੀਕੇ ਦੇ ਪਹਿਲਾਂ ਸੀ ਉਹੀ ਅੱਜ ਹੈ। ਨਾ ਕਦੀ ਕਿਸੇ ਦੇ ਨਾਲ 2 ਨੰਬਰ ਦਾ ਕੰਮ ਕੀਤਾ। ਹਮੇਸ਼ਾ ਵਕਤ ਤੇ ਹੁਕਮਰਾਨਾਂ ਨੇ ਅਗਰ ਜ਼ਿਆਦਤੀ ਕੀਤੀ ਹੈ ਕਦੀ, ਫਿਰ ਹੁਕਮਰਾਨ ਕੋਈ ਵੀ ਹੋਵੇ, ਅਸੀਂ ਫਿਰ ਉਸ ਹੁਕਮਰਾਨ ਨੂੰ ਦੱਸਿਆ ਹੈ ਬਾਹਰ ਨਿਕਲ ਕੇ ਕਿ ਨਹੀਂ, ਹੱਕ ਔਰ ਇਨਸਾਫ ਦੀ ਜਿਹੜੀ ਲੜਾਈ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਹੋਏ ਬੜੇ ਬੜੇ ਲੋਕ ਡਰਦੇ ਸੀ। ਤੁਹਾਨੂੰ ਪਤਾ ਹੈ ਬੜੇ ਸ਼ਾਹ ਇਮਾਮ ਸਾਹਿਬ ਦੇ ਖਿਲਾਫ ਕਿੰਨੀਆਂ ਖਬਰਾਂ ਲਗਾਤਾਰ ਚਲਾਈਆਂ। ਮਿਸਟਰ ਜਾਵੇਡਕਰ ਨੇ ਪਾਰਲੀਮੈਂਟ 'ਚ ਉਹਨਾਂ ਦੇ ਖਿਲਾਫ ਤਕਰੀਰ ਲੈ ਕੇ ਆਇਆ ਕਿ ਪੰਜਾਬ ਦੇ ਸ਼ਾਹ ਇਮਾਮ ਜਿਹੜੇ ਉਹ ਮੋਦੀ ਜੀ ਦੇ ਖਿਲਾਫ ਇੱਦਾਂ ਗੱਲਾਂ ਕਰਦੇ। ਲੇਕਿਨ ਉਸ ਵੇਲੇ ਉੱਥੇ ਕਪਿਲ ਸਿੱਬਲ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ। ਉਹਨੇ ਕਿਹਾ ਕੌਣ ਕਹਿ ਰਿਹਾ ਕਿ ਇਹ ਤੁਹਾਡੇ ਖਿਲਾਫ ਬੋਲਦੇ ਪਏ ਨੇ? ਉਹਨੇ ਕਿਹਾ ਜੀ ਆ ਇਹਨਾਂ ਦੀ ਤਕਰੀਰ ਹੈ 'ਚ ਇਹ ਕਹਿੰਦੇ ਪਏ ਨੇ ਕਿ ਪ੍ਰਧਾਨ ਮੰਤਰੀ ਔਰ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਘੱਟ ਗਿਣਤੀਆਂ ਦੇ ਖਿਲਾਫ ਵਿਵਹਾਰ ਚੰਗਾ ਨਹੀਂ ਰੱਖਦੇ। ਤੇ ਸਿੱਬਲ ਨੇ ਕਿਹਾ, ਉਹ ਔਨ ਰਿਕਾਰਡ ਹੈ, ਤੁਸੀਂ ਪਾਰਲੀਮੈਂਟ ਦੀ ਅਗਰ ਉਹ ਵੀਡੀਓ ਕੱਢੋਗੇ, ਉਹਨੇ ਕਿਹਾ ਕਿ ਐਡਾ ਵੱਡਾ ਸੁਤੰਤਰਤਾ ਸੈਨਾਨੀ ਪਰਿਵਾਰ ਦਾ ਮੁਖੀ ਅਗਰ ਕੋਈ ਐਸੀ ਗੱਲ ਕਰਦਾ ਤਾਂ ਇਹਦਾ ਮਤਲਬ ਇਹ ਹੈ ਕਿ ਜ਼ਰੂਰ ਆਪਾਂ ਕਿਤੇ ਨਾ ਕਿਤੇ ਕੁਝ ਐਸਾ ਕਰ ਰਹੇ ਜਿਹਦੀ ਵਜ੍ਹਾ ਨਾਲ ਘੱਟ ਗਿਣਤੀਆਂ ਨੂੰ ਫਿਕਰ ਹੈ। ਕਿਸਾਨੀ ਅੰਦੋਲਨ ਜਦੋਂ ਚੱਲਿਆ, ਸ਼ਾਹ ਇਮਾਮ ਸਾਹਿਬ ਨੇ ਸਾਡੀ ਡਿਊਟੀ ਲਾਈ, ਉਦੋਂ ਦਿਨਾਂ 'ਚੋਂ ਬਿਮਾਰ ਸੀ। ਫਰਮਾਇਆ ਇਹ ਇੱਦਾਂ ਸਮਝੋ ਜਿੱਦਾਂ ਆਪਣੇ ਧਰਮ ਦਾ ਕੰਮ ਹੈ। ਔਰ ਫਿਰ ਪੂਰੀ ਤਾਕਤ ਦੇ ਨਾਲ, ਤੁਹਾਨੂੰ ਪਤਾ ਸੀ ਕਿੰਨੀ ਵਾਰੀ ਸੰਘੂ ਬਾਰਡਰ ਗਏ, ਉੱਥੇ ਲਗਾਤਾਰ ਲੰਗਰ ਵੀ ਲਾ ਕੇ ਰੱਖੇ ਗਏ। ਔਰ ਲੁਧਿਆਣੇ ਵੀ ਕਈ ਲੱਖ ਲੋਕਾਂ ਦਾ ਅਸੀਂ ਐਜੀਟੇਸ਼ਨ ਜਿਹੜਾ ਹੈ, ਸਭ ਤੋਂ ਬੜਾ ਕਿਸਾਨੀ ਅੰਦੋਲਨ ਦੇ ਹੱਕ 'ਚ ਜਿਹੜਾ ਐਜੀਟੇਸ਼ਨ ਹੈ, ਉਹ 2 ਲੱਖ ਮੁਸਲਮਾਨਾਂ ਦਾ ਇੱਥੇ ਰਾਤ ਨੂੰ ਕੈਂਡਲ ਮਾਰਚ ਜਿਹੜਾ ਹੈ ਉਹ ਕੀਤਾ ਗਿਆ ਤਾਂ ਕਿ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚੇ। ਮੈਂ ਉਹੀ ਸਮਝਦਾ ਕਿ ਅੱਜ ਵੀ ਹੁਣ ਮੁੱਖ ਮੰਤਰੀ ਸਾਹਿਬ ਨਾਲ ਵੀ ਜਿਹੜਾ ਮੈਂ ਮਿਲਿਆ, ਸਾਡੀਆਂ ਜਿਹੜੀਆਂ ਜ਼ਰੂਰਤਾਂ ਹੈ ਮੁਸਲਮਾਨਾਂ ਦੀਆਂ, ਉਹ ਬਿਲਕੁਲ ਛੋਟੀਆਂ ਉਹਨਾਂ ਦੀਆਂ ਗੱਲਾਂ ਹੈ। ਕਿਤੇ ਕਬਰਸਤਾਨ ਦੀ 4 ਦੀਵਾਰੀ ਨਹੀਂ ਹੈ, ਕਿਤੇ ਕਬਰਸਤਾਨ ਨਹੀਂ ਹੈ, ਕਿਤੇ ਮਸਜਿਦ ਬੰਦ ਹੈ, ਕਿਤੇ ਮਸਜਿਦ ਖੁੱਲ੍ਹਣੀ ਹੈ। 2% ਮੁਸਲਮਾਨ ਹੈ, ਉਹਨਾਂ 'ਚ ਜਿਹੜੀਆਂ ਜਾਇਜ਼ ਉਹਨਾਂ ਦੀਆਂ ਨੌਕਰੀਆਂ ਬਣਦੀਆਂ, ਉਹਦੇ ਲਈ ਬਹੁਤ ਸਾਰੇ ਨੌਜਵਾਨ ਰੁਕੇ ਹੋਏ ਨੇ। OBC ਦੇ ਜਿਹੜੇ ਸਰਟੀਫਿਕੇਟ ਹੈ, ਬਾਦਲ ਸਾਹਿਬ ਨੇ, ਮੈਂ ਗੁਸਤਾਖੀ ਦੀ ਮਾਫੀ ਚਾਹੁੰਦਾ, ਹਾਲਾਂਕਿ ਮੈਂ ਇੱਦਾਂ ਦੀ ਸਿਆਸਤ ਨਹੀਂ ਕਰਨਾ ਚਾਹੁੰਦਾ, ਪਿਛਲੀ ਸਰਕਾਰ ਨੇ ਆਪਣੇ ਇੱਕ ਬੰਦੇ ਨੂੰ MLA ਬਣਾਉਣ ਦੇ ਲਈ, ਜਿਨ੍ਹਾਂ ਦਾ ਨਾਮ DS ਗੁਰੂ ਹੈ, ਉੱਥੋਂ ਭਦੌੜ ਤੋਂ, ਮੁਹੰਮਦ ਕੀ ਨਾਮ ਉਹਨਾਂ ਦਾ, ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਸਿੱਦੀਕ, ਉਹਨਾਂ ਦੀ ਸਦੱਸਤਾ ਰੱਦ ਕਰਾਉਣ ਲਈ, ਮੁਹੰਮਦ ਸਿੱਦੀਕ ਦੀ ਸਦੱਸਤਾ MLAਸ਼ਿਪ ਦੀ ਜਿਹੜੀ ਪੁਰਾਣੀ ਸੀ ਰੱਦ ਕਰਾਉਣ ਦੇ ਲਈ ਬਕਾਇਦਾ ਇਹਨਾਂ ਨੇ ਕੈਬਨਿਟ ਦੇ ਵਿੱਚ ਪਾਸ ਕਰਤਾ ਕਿ ਜੀ ਆਹ ਬਰਾਦਰੀਆਂ ਜਿਹੜੀਆਂ ਮੁਸਲਮਾਨਾਂ ਦੀਆਂ, ਇਹ OBC 'ਚ ਨਹੀਂ ਆਉਂਦੀਆਂ, ਅਦਰ ਬੈਕਵਰਡ ਕਲਾਸ ਦੇ ਵਿੱਚ ਨਹੀਂ ਆਉਂਦੀਆਂ। ਉਹਦੇ ਨਾਲ ਕੀ ਹੋਇਆ? ਉਹ ਤਾਂ 5 ਸਾਲ ਹਾਈ ਕੋਰਟ ਦੇ ਸਹਾਰੇ ਕੱਢ ਗਿਆ, ਸਦੱਸਿਅਤਾ ਰੱਦ ਨਹੀਂ ਹੋਈ। ਉਹਨੇ ਲਿਖ ਕੇ ਦੇਤਾ ਵੀ ਮੈਂ ਮੁਸਲਮਾਨ ਹੀ ਨਹੀਂ ਹੈ। ਮੁਹੰਮਦ ਸਿੱਦੀਕ ਸਾਹਿਬ ਨੇ ਲਿਖ ਕੇ ਦੇਤਾ ਹਾਈ ਕੋਰਟ 'ਚ ਕਿ ਮੈਂ ਮੁਸਲਮਾਨ ਨਹੀਂ ਹੈਗਾ, ਮੇਰਾ ਆਨੰਦ ਕਾਰਜ ਹੋਇਆ, ਮੈਂ ਸਾਰੇ ਸਿੱਖ ਰੀਤੀ ਰਿਵਾਜਾਂ ਨੂੰ ਮੰਨਦਾ। ਉਹ ਤਾਂ ਨਹੀਂ ਰੱਦ ਹੋਈ। ਇਸ ਸਰਕਾਰ ਦੇ ਇਸ ਕਾਨੂੰਨ ਦੀ ਵਜ੍ਹਾ ਨਾਲ ਸਾਡੇ ਹਜ਼ਾਰਾਂ ਬੱਚੇ ਦਾਖਲੇ ਲੈਣ ਤੋਂ ਰਹਿ ਗਏ ਕਾਲਜਾਂ 'ਚ। ਹਜ਼ਾਰਾਂ ਬੱਚੇ ਜਿਨ੍ਹਾਂ ਨੂੰ ਜਾਇਜ਼ ਨੌਕਰੀਆਂ ਮਿਲ ਸਕਦੀਆਂ ਸੀ, ਉਹ ਰਹਿ ਗਏ। ਤੁਸੀਂ ਅੱਜ ਵੀ ਕਿਸੇ ਤਹਿਸੀਲਦਾਰ ਕੋਲ ਚਲ ਜਾਓ, ਉਹਨੇ ਸਾਰਾ ਕੰਮ ਕਰਨ ਤੋਂ ਬਾਅਦ ਉਹੀ ਪੁਰਾਣਾ ਕਾਗਜ਼ ਕੱਢ ਕੇ, ਹਾਲਾਂਕਿ ਸਰਕਾਰ ਦੁਬਾਰਾ ਹਿਦਾਇਤ ਕਰ ਚੁੱਕੀ 2-3 ਵਾਰੀ ਕਿ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ, ਉਹਦੇ ਬਾਵਜੂਦ ਉਹ ਜਿਹੜਾ ਫੰਦਾ ਹਜੇ ਵੀ ਸਾਡੇ ਗਲੇ ਦੇ ਵਿੱਚ ਲਟਕਿਆ ਹੋਇਆ। ਕਿਸੇ ਵੀ ਤਹਿਸੀਲਦਾਰ ਕੋ ਐਂਡ 'ਚ ਚਲੇ ਜਾਓ, ਉਹ ਕਹੂਗਾ ਕਿਉਂ, ਅੱਛਾ ਅਗਰ ਤੁਸੀਂ ਨਾਈ ਹੋ ਔਰ ਅਗਰ ਮਿਸਾਲ ਦੇ ਤੌਰ 'ਤੇ ਤੁਸੀਂ ਜੁਲਾਏ ਹੋ ਔਰ ਜਾਂ ਤੁਸੀਂ ਕਿਸੇ ਹੋਰ ਬਰਾਦਰੀ ਦੇ ਹੋ, ਅਸੀਂ ਇਹਨਾਂ ਨੂੰ ਕਿਹਾ ਵੀ ਨਾਈਆਂ ਦੀ ਜਗ੍ਹਾ ਉੱਚ ਸਲਮਾਨੀ ਲਫ਼ਜ਼ ਐਡ ਕਰ ਦਿਓ ਜੀ, ਉਹ ਤਾਂ ਕੋਈ ਬੁਰੀ ਗੱਲ ਨਹੀਂ, ਜਦ ਤੁਹਾਡੇ ਮੁਸਲਮਾਨ ਕਹਿ ਰਹੇ ਵੀ ਕਰ ਦਿਓ। ਇਹਦੇ ਇਲਾਵਾ ਜਿਹੜੀ ਅਦਰ ਬੈਕਵਰਡ ਕਲਾਸਿਸ 'ਚ ਬਰਾਦਰੀਆਂ ਆਉਂਦੀਆਂ ਮੁਸਲਮਾਨਾਂ ਦੀਆਂ ਔਰ ਜਿਹੜੇ ਸਾਡੇ ਬੱਚੇ ਫਾਇਦਾ ਚੱਕ ਸਕਦੇ ਸੀਗੇ, ਉਹ ਵੀ ਪਿਛਲੀ ਸਰਕਾਰ ਨੇ ਸਾਨੂੰ ਉਹਦੇ ਤੋਂ ਵਾਂਝਾ ਕਰ ਦਿੱਤਾ। ਇੱਦਾਂ ਦੇ ਮਸਲੇ ਜਿਹੜੇ ਅਸੀਂ ਚੰਨੀ ਸਾਹਿਬ ਦੇ ਸਾਹਮਣੇ ਰੱਖੇ ਹੈ ਕਿ ਬਹੁਤ ਸਾਰੇ ਐਸੇ ਅਫਸਰਾਨ ਨੇ ਜਿਨ੍ਹਾਂ ਨੇ ਘੱਟ ਗਿਣਤੀ ਦੀਆਂ ਫਾਈਲਾਂ ਹੀ ਚੱਕ ਕੇ ਖੁੱਡੇ ਲੈਣ ਲਾਤੀਆਂ ਵੀ ਲੋੜ ਹੀ ਨਹੀਂ ਇਹਨਾਂ ਦੇ ਕੁਝ ਕਰਨ ਦੀ। ਆਏ ਪਏ ਹੈ ਫੰਡ ਕਈ ਜਗ੍ਹਾ ਕਬਰਸਤਾਨ ਦੀ 4 ਦੀਵਾਰੀ ਦੇ ਅੱਜ ਤੱਕ ਨਹੀਂ ਹੋਈ। ਸੈਂਟਰ ਗੌਰਮੈਂਟ ਦੀਆਂ ਕਈ ਸਕੀਮਾਂ ਸੀ ਉਹ ਉਪਲਬਧ ਨਹੀਂ ਹੋਈਆਂ। ਘੱਟ ਗਿਣਤੀਆਂ ਦੇ ਮੁਤਾਲਿਕ ਕਈ ਸਕੀਮਾਂ ਉਹ ਨਹੀਂ ਸਾਹਮਣੇ ਆਈਆਂ। ਤੇ ਸਾਡਾ ਮਕਸਦ ਇਹ ਹੈ ਕਿ ਜਦ ਇੱਕ ਨਵਾਂ ਮੁੱਖ ਮੰਤਰੀ ਜਿਹੜਾ ਪੂਰੇ ਪੰਜਾਬ ਦੇ ਲੋਕਾਂ ਨੂੰ ਹੁਲਾਰਾ ਦੇ ਰਿਹਾ, ਨਾਲ ਜੋੜ ਰਿਹਾ, ਤੇ ਘੱਟੋ ਘੱਟ ਗਿਣਤੀਆਂ ਦੀ ਜਿਹੜੀਆਂ ਮੰਗਾਂ ਇਹਨੂੰ ਵੀ ਨਾਲ ਹੱਲ ਕਰਦੇ ਹੋਏ ਪੂਰਾ ਕੀਤਾ ਜਾਏ ਤਾਂ ਕਿ ਮੁਸਲਮਾਨਾਂ ਨੂੰ ਵੀ ਇਹ ਲੱਗੇ ਕਿ ਹਾਂ ਅਸੀਂ ਵੀ ਸਰਕਾਰ 'ਚ ਕੁਝ ਫਾਇਦਾ ਚੱਕਿਆ ਹੈ। ਉਸਮਾਨ ਜੀ, ਜ਼ਰੂਰ ਮੁੱਦੇ ਤੋਂ ਥੋੜ੍ਹੀ ਜਿਹੀ ਅਲੱਗ ਗੱਲ ਕਰਨਾ ਚਾਹਾਂਗਾ, ਬਟ ਜ਼ਰੂਰੀ ਹੈ ਗੱਲ ਕਰਨੀ। ਬੀਤੇ ਦਿਨੀ ਲੁਧਿਆਣੇ ਦੇ ਕੁਝ ਲੋਕਾਂ ਨੇ ਮੁੱਦਾ ਚੱਕਿਆ ਸੀ, ਗੁਰੂ ਨਾਨਕ ਸਾਹਿਬ ਬਾਰੇ ਕੋਈ ਬੜੇ ਅਪਸ਼ਬਦ ਬੋਲ ਰਿਹਾ ਸੀ ਵੀ ਹਮੇਸ਼ਾ ਭਾਈਚਾਰਕ ਸਾਂਝ ਦੀ ਗੱਲ ਹੁੰਦੀ ਆ ਲੁਧਿਆਣੇ ਤੋਂ। ਜੇ ਆਪਾਂ ਲੁਧਿਆਣੇ ਦਾ ਇਤਿਹਾਸ ਹੀ ਕੱਢ ਕੇ ਦੇਖ ਲਈਏ ਤਾਂ ਕਦੇ ਵੀ ਇੱਥੇ ਕੋਈ ਅਲੱਗ ਦੇਸ਼ ਦੀ ਮੰਗ ਨਹੀਂ ਕੀਤੀ ਗਈ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਇਕੱਠੇ ਰਹੇ ਨੇ। ਪਰ ਇਹੋ ਜਿਹੇ ਕਿਹੜੇ ਲੋਕ ਹੁੰਦੇ ਜਿਹੜੇ ਇਹੋ ਜਿਹੀਆਂ ਆਡੀਓਜ਼ ਵਾਇਰਲ ਕਰਦੇ ਆ, ਇਹੋ ਜਿਹੀਆਂ ਵੀਡੀਓਜ਼ ਵਾਇਰਲ ਕਰਦੇ ਆ, ਉਤੋਂ ਹੱਸਦੇ ਹੁੰਦੇ? ਧੰਨ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਗੁਰੂ ਨਹੀਂ ਨੇ, ਉਹਨਾਂ ਨੂੰ ਸਰਵ ਧਰਮਾਂ ਦੇ ਲੋਕਾਂ ਨੇ ਆਪਣਾ ਗੁਰੂ ਬਣਾਇਆ।
ਪਹਿਲੀ ਗੱਲ ਤਾਂ ਇਹ ਕਿ ਅਗਰ ਕਿਸੇ ਦੇ ਦਿਮਾਗ 'ਚ ਹੈ ਕਿ ਉਹ ਸਿਰਫ ਸਿੱਖਾਂ ਦੇ ਲਈ ਹੈ, ਨਹੀਂ। ਮੁਸਲਮਾਨਾਂ ਦੀ ਕਿਤਾਬਾਂ 'ਚ ਵੀ ਲਿਖਿਆ ਹੈ ਕਿ ਉਹਨਾਂ ਨੂੰ ਹਿੰਦੀ ਪੀਰ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ। ਸਰਬ ਧਰਮਾਂ ਦੇ ਲੋਕਾਂ ਨੇ, ਅਗਰ ਤੁਸੀਂ ਉਹਨਾਂ ਦੇ ਸ਼ਰਧਾਲੂਆਂ ਦੀ ਲਿਸਟ ਇਬਤਦਾ 'ਚ ਜਿਨ੍ਹਾਂ ਲੋਕਾਂ ਨੂੰ ਬਾਬਾ ਨਾਨਕ ਸਾਹਿਬ ਨਾਲ ਲੈ ਕੇ ਚੱਲੇ ਨੇ ਆਪਣੇ ਸੱਜੇ ਖੱਬੇ, ਉਹਦੇ 'ਚ ਤਾਂ ਸਾਰੇ ਧਰਮਾਂ ਦੇ ਲੋਕ ਮੌਜੂਦ ਨੇ। ਪਹਿਲੀ ਗੱਲ ਤਾਂ ਇਹ ਕਿ ਇੱਕ ਟ੍ਰੈਂਡ ਜਿਹੜਾ ਬੜਾ ਬੁਰਾ ਚੱਲਿਆ ਪਿਛਲੇ 5-7 ਸਾਲਾਂ 'ਚ ਬੇਅਦਬੀ ਦਾ ਪੰਜਾਬ ਦੇ ਵਿੱਚ, ਮੈਂ ਸਮਝਦਾ ਇਹਦੇ ਪਿੱਛੇ ਉਹ ਲੋਕ ਨੇ ਜਿਨ੍ਹਾਂ ਦੀ ਰੋਜੀ ਰੋਟੀ ਇਹਦੇ ਨਾਲ ਚੱਲਦੀ ਪਈ। ਕੁਝ ਲੋਕਾਂ ਨੇ ਇਹਨੂੰ ਟ੍ਰੈਂਡ ਬਣਾ ਲਿਆ। ਰੋਜ਼ੀ ਰੋਟੀ ਕਿੱਦਾਂ? ਕੁਝ ਲੋਕਾਂ ਦਾ ਕੰਮ ਹੀ ਇਹੀ ਹੈ ਕਿ ਵੀ ਅਸੀਂ ਕੁਝ ਭੜਕਾਊ ਭਾਸ਼ਣ ਕਰਾਂਗੇ ਤਾਂ ਸਾਨੂੰ ਕੋਈ ਬੰਦਾ ਕੁਝ ਦੇਊਗਾ ਕਿ ਵੀ ਅੱਛਾ ਤੁਸੀਂ ਵਧੀਆ ਸਟੈਂਡ ਹੋ ਜਾਓ ਜੀ, ਕੋਈ ਗੱਲ ਨਹੀਂ। ਮਿਸਾਲ ਫੰਡਿੰਗ ਦੀ, ਹਾਂ, ਮਤਲਬ ਕੁਝ ਲੋਕਾਂ ਨੇ ਇਹਨੂੰ ਆਪਣਾ ਰੋਜ਼ੀ ਰੋਟੀ ਦਾ ਮਾਮਲਾ ਬਣਾ ਲਿਆ। ਹੋਰ ਕੀ ਵਜ੍ਹਾ ਹੋ ਸਕਦੀ ਹੈ? ਮੇਰੀ ਇਹ ਗੱਲ ਦੱਸੋ ਕਿ ਇੱਕ ਐਸੀ ਉੱਚ ਪਦਵੀ ਦੀ ਸ਼ਖਸੀਅਤ ਜਿਹਦੇ ਨਾਂ ਤੋਂ ਪੰਜਾਬ ਜਾਣੇ, ਪੰਜਾਬ ਦੇ ਨਾਂ ਤੋਂ ਉਹ ਨਹੀਂ, ਪੰਜਾਬ ਦੇ ਨਾਂ ਤੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਨਹੀਂ ਜਾਣੇ ਜਾਂਦੇ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਪੰਜਾਬ ਜਾਣਿਆ ਜਾਂਦਾ ਹੈ, ਉਹਨਾਂ ਦੇ ਨਾਂ ਤੋਂ। ਇਹ ਉਹਨਾਂ ਦੀ ਧਰਤੀ। ਤੇ ਐਸਾ ਕਿਹੜਾ ਹੋ ਸਕਦਾ ਜਿਹੜਾ ਬਾਬਾ ਜੀ ਦੇ ਖਿਲਾਫ ਬੋਲੇ? ਬਾਬਾ ਜੀ ਦੇ ਖਿਲਾਫ ਉਹੀ ਲੋਕ ਬੋਲ ਸਕਦੇ ਜਿਨ੍ਹਾਂ ਦੇ ਦਿਲ ਕਾਲੇ ਹੋ ਗਏ, ਜਿਨ੍ਹਾਂ ਦੇ ਦਿਲਾਂ 'ਚ ਇਹ ਹੈ ਕਿ ਵੀ ਅਸੀਂ ਸ਼ਾਇਦ ਇਹਦੇ ਜ਼ਰੀਏ ਕੁਛ ਨਾ ਕੁਛ ਹਾਸਲ ਕਰ ਲਵਾਂਗੇ, ਕੋਈ ਨਾ ਕੋਈ ਸਾਨੂੰ ਸਰਕਾਰ ਵੱਲੋਂ ਕੁਛ ਮਦਦ ਮਿਲ ਜਾਊਗੀ ਜਾਂ ਸਾਨੂੰ ਕੋਈ ਵਧੀਆ ਸੁਰੱਖਿਆ ਮਿਲ ਜਾਊਗੀ। ਤੇ ਮੈਂ ਸਮਝਦਾ ਕਿ ਬੜੀ ਨੀਚ ਹਰਕਤ ਹੈ, ਛੋਟੀ ਗੱਲ ਹੈ। ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ ਮੌਲਾਨਾ ਬਿਰਮਾਨ ਸਾਹਿਬ ਲੁਧਿਆਣਵੀ ਦੇ ਅਗਰ ਤੁਸੀਂ ਜ਼ਿੰਦਗੀ ਦਾ ਬਾਇਓਡਾਟਾ ਚੱਕ ਕੇ ਦੇਖੋਗੇ, ਇਹ ਨਹੀਂ ਕਿ ਇਕੱਲਾ ਸਿੱਖ ਧਰਮ ਦੇ ਲਈ। ਅਗਰ ਕਦੀ ਕਿਸੇ ਹਿੰਦੂ ਦੇ ਨਾਲ ਵੀ ਪਾਕਿਸਤਾਨ 'ਚ ਧੱਕਾ ਹੋਇਆ ਜਾਂ ਕਿਸੇ ਬਾਹਰਲੇ ਇਸਲਾਮੀ ਮੁਲਕ 'ਚ ਕਿਸੇ ਘੱਟ ਗਿਣਤੀਆਂ ਜਿਹੜੀਆਂ ਉੱਥੇ ਦੀਆਂ ਘੱਟ ਗਿਣਤੀਆਂ, ਤੇ ਉਹ ਸਭ ਤੋਂ ਜ਼ਿਆਦਾ ਕੈੜੇ ਸ਼ਬਦਾਂ 'ਚ ਉਹਨਾਂ ਦੇ ਖਿਲਾਫ ਬੋਲੇ। ਜਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਉਹਨਾਂ ਦੀ ਅੱਖਾਂ 'ਚ ਆਂਸੂ ਆ ਗਏ। ਮੈਨੂੰ ਕਹਿਣ ਲੱਗੇ ਕਿ ਨਹੀਂ, ਅੱਜ ਤੋਂ ਬਾਅਦ ਯਾਰ ਇਹਨਾਂ ਦੇ ਨਾਲ ਨਹੀਂ ਮਿਲਣਾ, ਇਹਨਾਂ ਲੀਡਰਾਂ ਨਾਲ ਕਿਸੇ ਨਾਲ ਨਹੀਂ ਮਿਲਣਾ। ਮੈਂ ਕਿਉਂ ਕਹਿੰਦਾ, ਗੁਰੂ, ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਸਿਰਫ ਸਿੱਖਾਂ ਦੇ ਮੁਕੱਦਸ ਗੁਰੂ ਹੈ, ਲੇਕਿਨ ਸਿਰਫ ਉਹ ਸਿੱਖਾਂ ਦੇ ਨਹੀਂ ਹੈ, ਉਹ ਸਾਡੇ ਪੂਰੇ ਪੰਜਾਬ ਦੀ ਔਰ ਪੂਰੇ ਵਿਸ਼ਵ 'ਚ ਵਸਦੇ ਹੋਏ ਪੰਜਾਬੀਆਂ ਦੀ ਸ਼ਾਨ ਹੈ। ਸਾਰੇ ਲੋਕ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰਦੇ ਨੇ, ਆਦਰ ਕਰਦੇ ਨੇ। ਤੇ ਇਹ ਕਿੱਦਾਂ ਹੋ ਸਕਦਾ ਕਿ ਕੋਈ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਕਰੇ ਜੀ? ਇਹ ਬੰਦੇ ਨਹੀਂ ਕਰਦੇ, ਇਹ ਉਹਨਾਂ ਦੀ ਗੰਦੀ ਸੋਚ ਕਰਦੀ ਹੈ, ਇਹ ਉਹਨਾਂ ਦੇ ਗੰਦੇ ਇਰਾਦੇ ਔਰ ਲਾਲਚ, ਜਿਹਨੂੰ ਮੈਂ ਸਭ ਤੋਂ ਜ਼ਿਆਦਾ ਕਹਿਣਾ ਚਾਹਾਂਗਾ, ਲਾਲਚ ਕਰਦੀ ਹੈ। ਉਹ ਬੜੀ ਵਜ੍ਹਾ ਹੈ ਨਾ, ਕੋਈ ਠੋਸ ਕਾਨੂੰਨ ਨਹੀਂ ਬਣਾਇਆ ਸੀ ਅਜੇ ਤੱਕ। ਭਾਰਤ ਦੇ ਵਿੱਚ ਸਰਵ ਧਰਮਾਂ ਦੇ ਲੋਕ ਰਹਿੰਦੇ ਆ। ਮੈਂ ਤਾਂ ਪਾਰਲੀਮੈਂਟ 'ਚ ਬੈਠੇ ਹੋਏ ਸਾਰੇ ਐਮਪੀਆਂ ਨੂੰ ਕਹਿੰਦਾ ਵੀ ਕੀ ਕਰਦੇ ਹੋ? ਬਾਹਰਲੇ ਦੇਸ਼ਾਂ 'ਚ ਕਿਉਂ ਨਹੀਂ ਬੇਅਦਬੀ ਹੁੰਦੀ ਜੀ? ਬਾਹਰਲੇ ਦੇਸ਼ਾਂ 'ਚ ਵੀ ਤਾਂ ਸਰਵ ਧਰਮਾਂ ਦੇ ਲੋਕ ਰਹਿੰਦੇ ਆ। ਅਮਰੀਕਾ ਕਿੱਡੀ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ, ਰਹਿ ਨਹੀਂ ਰਹੇ ਲੋਕ? ਇਸਲਾਮੀ ਕੰਟਰੀਆਂ 'ਚ ਕੋਈ ਕਿਉਂ ਨਹੀਂ ਕਿਸੇ ਦੀ ਬੇਅਦਬੀ ਕਰ ਦਿੰਦਾ? ਉਹਨਾਂ ਨੂੰ ਪਤਾ ਕਿ ਸਜ਼ਾ ਜਿਹੜੀ ਹੈ ਔਨ ਦੀ ਸਪੌਟ ਦਿੱਤੀ ਜਾਣੀ ਹੈ। ਅਸੀਂ ਸਜ਼ਾ ਦੇਣ ਦੀ ਬਜਾਏ ਪ੍ਰੋਟੈਕਸ਼ਨ ਦਿੰਦੇ। ਅਸੀਂ ਸਜ਼ਾ ਦੇਣ ਦੀ ਬਜਾਏ ਅਸੀਂ ਕਹਿੰਦੇ ਨਹੀਂ ਕੋਈ ਨਹੀਂ, ਇਹ ਵਿਵਾਦ ਥੋੜ੍ਹਾ ਜਿਹਾ ਹੋਰ ਚੱਲਣ ਦਿਓ, ਕੋਈ ਗੱਲ ਨਹੀਂ, ਬਾਅਦ 'ਚੋਂ ਫੈਸਲਾ ਹੋਏਗਾ। ਲੰਬੇ ਮੁਕੱਦਮੇ ਚੱਲਦੇ ਪਏ, ਸਾਲ ਗੁਜ਼ਰ ਜਾਂਦੇ। ਨਹੀਂ, ਜਿਹੜਾ ਵੀ ਬੰਦਾ, ਇਹ ਨਹੀਂ ਕਿ ਸਿਰਫ ਸਿੱਖ ਧਰਮ ਦੀ, ਕਿਸੇ ਵੀ ਧਰਮ ਦੀ, ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਧਰਮ ਦੀ ਅਗਰ ਬੇਅਦਬੀ ਕਰਦਾ, ਸਰਕਾਰ ਨੂੰ ਚਾਹੀਦਾ ਠੋਸ ਐਸਾ ਕਾਨੂੰਨ ਹੋਵੇ ਜਿਸ 'ਚ ਜ਼ਮਾਨਤ ਨਾ ਹੋਵੇ। ਔਰ ਅਗਰ ਬਾਕਾਇਦਾ ਪਤਾ ਲੱਗ ਜਾਂਦਾ, ਇਸਲਾਮ ਨੇ ਵੀ ਇਹੀ ਗੱਲ ਕਹੀ ਕਿ ਇਹ ਤਾਂ ਨਹੀਂ ਹੈ ਕਿ ਆਪਾਂ ਆਪਣੇ ਹੱਥੀਂ ਸਜ਼ਾ ਦੇਣ ਲੱਗੇ। ਇਸਲਾਮ ਨੇ ਕਿਹਾ ਕਿ ਮੁਕੱਦਮਾ ਚਲਾਓ, ਮੁਕੱਦਮਾ ਚਲਾਉਣ ਤੋਂ ਬਾਅਦ ਅਗਰ ਇਹ ਸਾਬਿਤ ਹੋ ਜਾਂਦਾ ਹੈ ਕਿ ਵਾਕਈ ਇਹ ਮੁਜਰਿਮ ਹੈ, ਤਾਂ ਉਹਨੂੰ ਸ਼ਰੇਆਮ ਲਿਆ ਕੇ ਲੋਕਾਂ ਦੇ ਵਿੱਚ ਲਿਆ ਕੇ ਫਾਂਸੀ ਦਿੱਤੀ ਜਾਵੇ, ਤਾਂ ਕਿ ਲੋਕਾਂ ਨੂੰ ਇਹ ਸਬਕ ਹਾਸਿਲ ਹੋਵੇ ਕਿ ਦੁਬਾਰਾ ਤੋਂ ਅਸੀਂ ਐਸੀ ਕੋਈ ਬੇਅਦਬੀ ਜਿਹੜੀ ਹੈ ਉਹ ਨਹੀਂ ਕਰਨੀ। ਅੰਤ 'ਚ ਇਹੀ ਸਵਾਲ ਪੁੱਛਣਾ ਚਾਹਾਂਗਾ ਵੀ ਬੀਤੇ ਦਿਨ ਨਾ ਪਾਕਿਸਤਾਨ ਤੋਂ ਬਹੁਤ ਖਬਰਾਂ ਸਾਹਮਣੇ ਆ ਰਹੀਆਂ। ਇੱਕ ਮੰਦਿਰ ਦੇ ਵਿੱਚ ਵੜ ਕੇ ਵੀ ਤੋੜ ਭੰਨ ਵੀ ਕੀਤੀ ਗਈ। ਲੜਕੀਆਂ ਦਾ, ਸਿੱਖ ਲੜਕੀਆਂ ਦਾ ਵੀ ਮਸਲਾ ਆਇਆ, ਸਿੱਖ ਕੁੜੀਆਂ ਦਾ ਵੀ ਮਸਲਾ ਆਇਆ, ਕਿਡਨੈਪ ਕਰਕੇ ਵਿਆਹ ਕਰ ਲਿੱਤਾ ਗਿਆ। ਇਹ 'ਤੇ ਕੀ ਕਹਿਣਾ ਚਾਹੋਗੇ? ਮੈਂ ਇਹਦੇ ਉੱਤੇ 3 ਦਫਾ ਲੁਧਿਆਣਾ ਜਾਮਾ ਮਸਜਿਦ ਤੋਂ ਕੰਡੈਮਟ ਦੇ ਬਿਆਨ ਜਾਰੀ ਹੋ ਚੁੱਕੇ, ਲੇਕਿਨ ਇਹਦੇ 'ਚ ਰਾਹਤ ਦੀ ਗੱਲ ਹੈ, ਅਗਰ ਤੁਸੀਂ ਪੂਰਾ ਮੀਡੀਆ ਦੇਖਦੇ ਹੋ ਕਿ ਜਿਹਨਾਂ ਲੋਕਾਂ ਨੇ ਮੰਦਿਰ 'ਚ ਜਾ ਕੇ ਉੱਥੇ ਬੇਅਦਬੀ ਕੀਤੀ, ਉਹਨਾਂ 'ਤੇ ਕਈ ਲੱਖ ਰੁਪਏ ਜੁਰਮਾਨਾ ਉੱਥੇ ਦੀ ਅਦਾਲਤ ਨੇ ਲਾਇਆ, ਅਤੇ ਉਹਨਾਂ ਦੀ ਜ਼ਮਾਨਤਾਂ ਨਹੀਂ ਲਿੱਤੀਆਂ ਅਜੇ ਤੱਕ। ਅਦਬ ਇਹ ਕਹਿੰਦਾ ਹੈ ਇਨਸਾਨੀਅਤ ਦਾ, ਇਕੱਲਾ ਇਸਲਾਮ ਨਹੀਂ, ਭਾਰਤ ਨਹੀਂ, ਪੂਰਾ ਵਿਸ਼ਵ, ਇਨਸਾਨੀਅਤ ਦਾ ਅਦਬ ਇਹ ਕਹਿੰਦਾ ਹੈ ਕਿ ਅਗਰ ਕੋਈ ਐਸਾ ਧਰਮ ਜਿਸ 'ਚ ਤੁਹਾਡੀ ਆਸਥਾ ਨਹੀਂ ਵੀ ਹੈ, ਉਹਦਾ ਵੀ ਤੁਹਾਨੂੰ ਸਤਿਕਾਰ ਕਰਨਾ ਲਾਜ਼ਮੀ। ਧਰਮੀ ਬੰਦਾ ਉਹੀ ਹੈ ਜਿਹੜਾ ਕਿ ਆਪਣੇ ਧਰਮ 'ਚ ਹੋਣ ਦੇ ਨਾਲ ਨਾਲ ਦੂਸਰੇ ਦੇ ਧਰਮ ਦਾ ਸਤਿਕਾਰ ਕਰਦਾ। ਜਿਹੜਾ ਕਹੇ ਵੀ ਮੈਂ ਨਮਾਜ਼ ਵੀ ਪੜ੍ਹਦਾ, ਅਰਦਾਸ ਵੀ ਕਰਦਾ ਜੀ, ਆਰਤੀ ਵੀ ਉਤਾਰਦਾ, ਲੇਕਿਨ ਫਲਾਣੇ ਧਰਮ ਨਾਲ ਨਫ਼ਰਤ ਹੈ, ਨਹੀਂ, ਫਿਰ ਉਹ ਇਬਾਦਤ ਨਹੀਂ ਕਰ ਰਿਹਾ।
ਇਬਾਦਤ ਉਹੀ ਹੈ ਜਿਹੜੀ ਸਾਨੂੰ ਸਰਵ ਧਰਮਾਂ ਦੇ ਲੋਕਾਂ ਦੇ ਨਾਲ ਸਤਿਕਾਰ। ਤੇ ਪਾਕਿਸਤਾਨ ਦੀ ਤਾਂ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਸੱਜੇ ਖੱਬੇ ਮੁਲਕਾਂ 'ਚ ਪੰਗੇ ਲੈਣ ਦੀ ਬਜਾਏ ਘੱਟੋ ਘੱਟ ਆਪਣੇ ਦੇਸ਼ ਨੂੰ ਇੱਕ ਆਈਡੀਅਲ ਹਿੱਸਾ ਬਣਾਓ। ਤੁਸੀਂ ਭਾਰਤ ਦਾ ਹਿੱਸਾ ਰਹੇ ਹੋ, ਇਸ ਦੇਸ਼ ਦੀ ਅੱਧੀ ਜ਼ਮੀਨ ਤੁਹਾਨੂੰ ਦਿੱਤੀ ਗਈ ਹੈ ਔਰ ਅਸੀਂ ਬੜੀ ਮੁਕੱਦਸ ਜ਼ਮੀਨ ਦਿੱਤੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਜਿਹੜਾ ਉੱਥੇ ਹੈ, ਉਹਨਾਂ ਦੀ ਲਾਜ ਰੱਖੋ। ਆਪਣੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜ਼ੁਲਮ ਕਰਨ ਦੀ ਕੋਸ਼ਿਸ਼ ਨਾ ਕਰੋ। ਅਗਰ ਘੱਟ ਗਿਣਤੀਆਂ ਨਾਲ ਜ਼ੁਲਮ ਕਰੋਗੇ ਤੇ ਫਿਰ ਤੁਸੀਂ ਖੁਦਾ ਦੇ ਹਜ਼ੂਰ ਗੁਨਹਗਾਰ ਵੀ ਹੋਵੋਗੇ, ਜਵਾਬਦੇਹ ਵੀ ਹੋਵੋਗੇ ਔਰ ਉਹਦੀ ਸਜ਼ਾ ਵੀ ਤੁਹਾਨੂੰ ਮਿਲੇਗੀ। ਔਰ ਇਹ ਵੀ ਕਹਿਣਾ ਚਾਹੁੰਦਾ ਉੱਥੇ ਦੇ ਹੁਕਮਰਾਨਾਂ ਨੂੰ, ਸਾਡੀ ਫਿਕਰ ਛੱਡ ਦਿਓ, ਅਸੀਂ ਅਲਹਮਦੁਲਿਲਾ ਪੱਕੇ ਮੁਸਲਮਾਨ ਹਾਂ, ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਰਹਿੰਦੇ ਹਾਂ। ਜੇ ਸਾਡੇ ਨਾਲ ਇੱਥੇ ਕੋਈ ਧੱਕਾ ਕਰੂਗਾ ਤੇ ਅਸੀਂ ਸਾਰੀ ਕੌਮਾਂ ਵਾਲੇ ਆਪ ਕਾਫੀ ਹੈ ਹਰੇਕ ਜ਼ਾਲਿਮ ਦਾ ਜਵਾਬ ਦੇਣ ਦੇ ਲਈ। ਸਾਨੂੰ ਬਾਹਰਲੀ ਕਿਸੇ ਮਦਦ ਦੀ ਲੋੜ ਨਹੀਂ। ਹਾਂ, ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਸਤਿਕਾਰ ਦਿਓ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਜ਼ਰੂਰ ਗੱਲਾਂ ਹੋਰ ਹੋ ਸਕਦੀਆਂ ਸੀ ਪਰ ਸਮੇਂ ਘੱਟ ਹੈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋ ਜਿਵੇਂ ਕਿ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਨਾਲ ਗੱਲਬਾਤ ਕਰਕੇ ਹਟੇ ਹਾਂ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਗੁਰਜੋਤ ਸਿੰਘ ਦੀ ਰਿਪੋਰਟ।